परमेश्वर ਧੰਨਵਾਦ ਕਰਦੇ ਹਾਂ। ਗ੍ਰੇਸ ਜੀ ਪ੍ਰਾਰਥਨਾ ਭਵਨ ਵੱਲੋਂ ਸਭ ਦਾ ਸਵਾਗਤ ਕਰਦੇ ਹਾਂ ਔਰ ਸਭ ਨੂੰ ਜੈ ਮਸੀਹ ਦੀ। ਔਰ ਆਈਏ ਅਸੀਂ ਅੱਜ ਪਰਮੇਸ਼ਵਰ ਦੇ ਪਵਿੱਤਰ ਵਚਨ ਨੂੰ ਸੁਣਨ ਵਾਸਤੇ ਜਾਵਾਂਗੇ। ਔਰ ਪਰਮੇਸ਼ਵਰ ਵਫਾਦਾਰ ਆ, ਪਰ ਅਸੀਂ ਵਫਾਦਾਰ ਨਹੀਂ ਰਹਿੰਦੇ, ਪਰ ਪਰਮੇਸ਼ਵਰ ਕੀ ਆ ਜੀ, ਪਰਮੇਸ਼ਵਰ ਵਫਾਦਾਰ ਆ। ਤਾਂ ਆਈਏ ਅਸੀਂ ਥੋੜ੍ਹੇ ਸਮੇਂ ਦੇ ਲਈ ਪਰਮੇਸ਼ਵਰ ਦੇ ਪਵਿੱਤਰ ਵਚਨ ਨੂੰ ਸਿੱਖਣ ਵਾਸਤੇ ਜਾਵਾਂਗੇ। ਅੱਜ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਜਿਹੜੀ ਗੱਲ ਕਰਨ ਜਾ ਰਹੇ ਹਾਂ, ਵਰਤ ਦੇ ਬਾਰੇ ਗੱਲ ਕਰਨ ਵਾਸਤੇ ਜਾ ਰਹੇ ਹਾਂ। ਜਿਹੜਾ ਵਰਤ ਰੱਖਣਾ, ਕਿਉਂਕਿ ਪਰਮੇਸ਼ਵਰ ਦੇ ਵਚਨ 'ਚ ਇੱਕ ਐਤ ਪੜ੍ਹਾਂਗੇ ਆਪਾਂ, ਮੱਤੀ ਦੀ ਇੰਜੀਲ ਉਹਦਾ 6ਵਾਂ ਅਧਿਆਇ ਉਹਦਾ 16ਵਾਂ ਵਚਨ ਪੜ੍ਹੀਏ। ਮੱਤੀ 6 ਅਧਿਆਇ ਉਸ ਦਾ 16ਵਾਂ ਵਚਨ। ਮੱਤੀ 6 ਦੀ 16 ਵਿੱਚ ਅਤੇ ਜਾਂ ਤੁਸੀਂ ਵਰਤ ਰੱਖੋ ਤਾਂ ਕਪਟੀਆਂ ਵਾਂਗੂ ਮੂੰਹ ਉਦਾਸ ਨਾ ਬਣਾਓ, ਕਿਉਂ ਜੋ ਉਹ ਆਪਣੇ ਮੂੰਹ ਇਸ ਲਈ ਵਿਗਾੜਦੇ ਹਨ ਭਈ ਉਹ ਮਨੁੱਖਾਂ ਨੂੰ ਵਰਤੀ ਮਲੂਮ ਹੋਣ। ਮੈਂ ਤੁਹਾਨੂੰ ਸੱਚ ਆਖਦਾ ਹਾਂ ਭਈ ਉਹ ਆਪਣਾ ਫਲ ਪਾ ਚੁੱਕੇ। ਪਰ ਜਾਂ ਤੂੰ ਵਰਤ ਰੱਖੇ ਤਾਂ ਆਪਣੇ ਸਿਰ ਉੱਤੇ ਤੇਲ ਲਾ ਅਤੇ ਆਪਣਾ ਮੂੰਹ ਧੋ। ਤੂੰ ਮਨੁੱਖਾਂ ਨੂੰ ਨਹੀਂ, ਪਰ ਆਪਣੇ ਪਿਤਾ ਨੂੰ ਜਿਹੜਾ ਗੁਪਤ ਹੈ ਵਰਤੀ ਮਲੂਮ ਹੋਵੇ, ਅਤੇ ਤੇਰਾ ਪਿਤਾ ਜਿਹੜਾ ਗੁਪਤ ਵਿੱਚ ਵੇਖਦਾ ਹੈ ਤੈਨੂੰ ਫਲ ਦੇਵੇਗਾ। ਹਾਲੇਲੂਇਆ। ਇੱਥੇ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚ ਪੜ੍ਹਿਆ ਕਿ ਪ੍ਰਭੂ ਯੀਸ਼ੂ ਮਸੀਹ ਆਪਣੇ ਚੇਲਿਆਂ ਨੂੰ ਕਹਿ ਰਹੇ ਆ, ਕਹਿੰਦੇ ਅਤੇ ਜਾਂ ਤੁਸੀਂ ਵਰਤ ਰੱਖੋ। ਇਹਦਾ ਮਤਲਬ ਕੀ ਆ ਕਿ ਵਰਤ ਰੱਖਣਾ ਆ। ਹਾਲੇਲੂਇਆ। ਕਿ ਵਰਤ ਕੀ ਆ ਜੀ, ਵਰਤ ਰੱਖਣਾ ਆ। ਇਹ ਮਸੀਹ ਜੀਵਨ ਦੇ ਅੰਦਰ ਆ ਕਿ ਵਰਤ ਅਸੀਂ ਰੱਖਣਾ ਆ, ਹੈ ਨਾ। ਇਹ ਨਹੀਂ ਆ ਭਈ ਹੁਣ ਅਸੀਂ ਕੀ ਹੋ ਗਏ ਹਾਂ ਜੀ, ਹੁਣ ਅਸੀਂ ਬੁੱਢੇ ਹੋ ਗਏ ਹਾਂ, ਹੁਣ ਅਸੀਂ ਭੁੱਖੇ ਨਹੀਂ ਰਹਿ ਸਕਦੇ। ਅਤੇ ਬੁੱਢੇ ਭਾਵੇਂ ਸਾਰੇ ਜਿਹੜੇ ਭੁੱਖੇ ਹੀ ਫਿਰਦੇ ਰਹਿਣ, ਹੈ ਨਾ। ਕਈ ਵਾਰੀ ਬੁੱਢੇ ਭੁੱਖੇ ਉੱਦਾਂ ਹੀ ਫਿਰਦੇ ਰਹਿੰਦੇ ਅਤੇ ਮੁੜ ਕੇ ਸ਼ਾਮ ਤੱਕ ਲੈ ਅੱਜ ਤਾਂ ਮੇਰਾ ਵਰਤ ਹੀ ਹੋ ਗਿਆ। ਇਹ ਵਰਤ ਨਹੀਂ ਹੁੰਦਾ, ਹੈ ਨਾ। ਵਿਸ਼ਵਾਸੀ ਲੋਕ ਜਿਹੜੇ ਆ, ਉਹ ਵਚਨ 'ਚ ਲਿਖਿਆ, ਜਿਹੜੇ ਵਿਸ਼ਵਾਸੀ ਆ ਉਹਨਾਂ ਦੇ ਵਚਨ 'ਚ ਉਹਦੇ ਬਾਰੇ ਲਿਖਿਆ, ਉਹ ਭਾਵੇਂ ਬੁੱਢੇ ਵੀ ਹੋ ਜਾਣਗੇ ਤਾਂ ਵੀ ਨਵੇਂ ਸਿਰੋਂ ਬਲ ਪਾਉਣਗੇ। ਹਾਲੇਲੂਇਆ। ਅਤੇ ਬਲ ਤਾਂ ਹੀ ਪਾਵਾਂਗੇ ਨਵੇਂ ਸਿਰਿਓਂ ਜੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਰਹਾਂਗੇ, ਜੇ ਪਰਮੇਸ਼ਵਰ ਦੀ ਸੰਗਤੀ ਕਰਾਂਗੇ, ਅਤੇ ਜੇ ਕਦੀ ਕਦੀ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਜਾਵਾਂਗੇ, ਕਦੀ ਕਦੀ ਪਰਮੇਸ਼ਵਰ ਦੇ ਨੇੜੇ ਜਾਵਾਂਗੇ, ਅਤੇ ਕਦੀ ਕਦੀ ਬਲ ਪਾਵਾਂਗੇ। ਹਾਲੇਲੂਇਆ। ਨਹੀਂ ਤਾਂ ਕੀ ਰਵਾਂਗੇ ਜੀ, ਕਮਜ਼ੋਰ ਹੀ ਰਵਾਂਗੇ। ਕਦੀ ਕਦੀ ਜਦੋਂ ਜਾਵਾਂਗੇ ਤਾਂ ਬਲ ਮਿਲ ਜਾਊਗਾ, ਅਤੇ ਜਦੋਂ ਨਹੀਂ ਆਵਾਂਗੇ ਤਾਂ ਫਿਰ ਉੱਦਾਂ ਦੇ ਕਮਜ਼ੋਰ ਹੀ ਰਵਾਂਗੇ। ਪਰ ਪ੍ਰਭੂ ਨਹੀਂ ਚਾਹੁੰਦਾ ਅਸੀਂ ਕਮਜ਼ੋਰ ਰਹੀਏ, ਕਿਉਂਕਿ ਦੇਖੋ ਜਿਹੜੀ ਵਰਤ ਦੀ ਗੱਲ ਆ, ਬਾਈਬਲ 'ਚ ਅਸੀਂ ਪੜ੍ਹਦੇ ਹਾਂ, ਸਭ ਤੋਂ ਵੱਡਾ ਜਿਹੜਾ ਨਮੂਨਾ ਆ ਸਾਨੂੰ ਕਿਹਨੇ ਦਿੱਤਾ? ਯਿਸੂ ਮਸੀਹ ਨੇ ਦਿੱਤਾ। ਕਿਉਂਕਿ ਯਿਸੂ ਮਸੀਹ ਨੇ 40 ਦਿਨ ਅਤੇ 40 ਰਾਤਾਂ ਵਰਤ ਰੱਖਿਆ। ਅਤੇ ਇਸ ਕਰਕੇ ਬਾਈਬਲ ਦੱਸਦੀ ਆ ਯਿਸੂ ਮਸੀਹ ਨੇ ਵਰਤ ਕਦੋਂ ਰੱਖਿਆ। ਉਹਨਾਂ ਨੇ ਜਦੋਂ ਬਪਤਿਸਮਾ ਲਿਆ, ਬਪਤਿਸਮਾ ਲੈਣ ਤੋਂ ਬਾਅਦ ਲਿਖਿਆ ਉਹਨਾਂ ਨੇ ਵਰਤ ਰੱਖਿਆ। ਉਸ ਤੋਂ ਬਾਅਦ ਇਹਦਾ ਮਤਲਬ ਜਿਹੜੇ ਤੋਬਾ ਕਰ ਲੈਂਦੇ ਆ, ਬਪਤਿਸਮਾ ਲੈ ਲੈਂਦੇ ਆ, ਉਹਨਾਂ ਨੂੰ ਵਰਤ ਰੱਖਣਾ ਵੀ ਜ਼ਰੂਰੀ ਆ। ਪਰ ਕਈ ਕੀ ਕਰਦੇ ਆ, ਵਿਸ਼ਵਾਸੀ ਤੇ ਬਣ ਜਾਂਦੇ ਆ, ਕਹਿੰਦੇ ਨਾ ਅਸੀਂ ਮੁੜ ਕੇ ਪ੍ਰਾਰਥਨਾ ਕਰੀਏ, ਨਾ ਅਸੀਂ ਵਰਤ ਰੱਖੀਏ, ਨਾ ਅਸੀਂ ਦਾਨ ਦਸਵੰਧ ਕੱਢੀਏ, ਅਤੇ ਨਾ ਸਾਨੂੰ ਕੋਈ ਮਤਲਬ ਨਹੀਂ ਹੁਣ ਯਿਸੂ ਦਾ, ਹੈ ਨਾ। ਬਸ ਮੋਹਰ ਲੱਗ ਗਈ, ਸਾਡੇ ਠੱਪਾ ਲੱਗ ਗਿਆ, ਹੈ ਨਾ, ਵੀ ਹੁਣ ਮੋਹਰ ਲੱਗ ਗਈ, ਅਸੀਂ ਕੀ ਬਣ ਗਏ ਹਾਂ, ਅਸੀਂ ਮਸੀਹ ਬਣ ਗਏ ਹਾਂ, ਯਿਸੂ ਮਸੀਹ ਵਾਲੇ ਬਣ ਗਏ ਹਾਂ। ਅਤੇ ਜੇ ਯਿਸੂ ਮਸੀਹ ਵਾਲੀ ਸਿੱਖਿਆ ਹੀ ਨਹੀਂ ਅੰਦਰ, ਅਤੇ ਫਿਰ ਕਾਹਦੇ ਮਸੀਹ ਆ, ਜੇ ਉਹਦੇ 'ਤੇ ਚੱਲੇ ਹੀ ਨਾ ਤਾਂ। ਇਸ ਕਰਕੇ ਪ੍ਰਭੂ ਦਾ ਵਚਨ ਸਾਨੂੰ ਦੱਸਦਾ ਕਿ ਜਿਹੜਾ ਸਾਡੇ ਜੀਵਨ ਦੇ ਅੰਦਰ ਵਰਤ ਜਿਹੜਾ ਹੋਣਾ ਉਹ ਵੀ ਜ਼ਰੂਰੀ ਆ। ਵਰਤ ਰੱਖਣਾ ਸਾਨੂੰ ਜ਼ਰੂਰੀ ਆ। ਅਤੇ ਵਰਤ ਦੇ ਕੀ ਫਾਇਦੇ ਆ ਆਪਾਂ ਉਹ ਦੇਖਾਂਗੇ। ਆਈਏ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਅਜਰਾ ਦੀ ਕਿਤਾਬ, ਪੁਰਾਣੇ ਨੇਮ ਦੇ ਵਿੱਚ ਅਜਰਾ ਦੀ ਕਿਤਾਬ ਉਹਦਾ 8ਵਾਂ ਅਧਿਆਇ ਉਹਦਾ 23ਵਾਂ ਵਚਨ ਆਪਾਂ ਪੜ੍ਹਾਂਗੇ। ਅਜਰਾ ਦੀ ਕਿਤਾਬ। ਸੋ ਅਸੀਂ ਵਰਤ ਰੱਖ ਕੇ ਇਸ ਗੱਲ ਦੇ ਲਈ ਪਰਮੇਸ਼ਰ ਦੇ ਤਰਲੇ ਕੀਤੇ ਅਤੇ ਉਹਨੇ ਸਾਡੀ ਸੁਣੀ। ਹਾਲੇਲੂਇਆ। ਇੱਥੇ ਲਿਖਿਆ ਭਾਈ, ਸੋ ਅਸੀਂ ਵਰਤ ਰੱਖ ਕੇ ਇਸ ਗੱਲ ਦੇ ਲਈ ਪਰਮੇਸ਼ਵਰ ਦੇ ਤਰਲੇ ਕੀਤੇ ਅਤੇ ਉਹਨੇ ਸਾਡੀ ਸੁਣੀ। ਹਾਲੇਲੂਇਆ। ਇਹਦਾ ਮਤਲਬ ਕਈ ਗੱਲਾਂ ਵਾਸਤੇ ਅਸੀਂ ਪਰਮੇਸ਼ਵਰ ਦੇ ਅੱਗੇ ਕੀ ਆ, ਵਰਤ ਰੱਖ ਕੇ
ਤਰਲੇ ਕਰਦੇ ਪਰਮੇਸ਼ਰ ਦੇ ਅੱਗੇ ਬੈਠ ਕੇ, ਤੇ ਸੱਚਮੁੱਚ ਪਰਮੇਸ਼ਰ ਕੀ ਕਰਦੇ ਆ, ਸਾਡੀ ਆਵਾਜ਼ ਨੂੰ ਸੁਣਦੇ ਆ, ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣਦੇ ਆ। ਪਰ ਕੀ ਆ, ਤਾਂ ਹੀ ਸੁਣਨਗੇ ਜੇ ਅਸੀਂ ਵੀ ਵਰਤ ਰੱਖ ਕੇ ਪਰਮੇਸ਼ਰ ਦੇ ਅੱਗੇ ਮੰਗਾਂਗੇ ਪਰਮੇਸ਼ਰ ਤੋਂ। ਇਸ ਕਰਕੇ ਵਰਤ ਰੱਖਣਾ ਸਾਡੇ ਲਈ ਜ਼ਰੂਰੀ ਆ। ਪਰਮੇਸ਼ਰ ਦੇ ਅੱਗੇ ਅਗਰ ਜਿਹੜੇ ਕੰਮ ਸਾਡੇ ਨਹੀਂ ਹੁੰਦੇ, ਅਸੀਂ ਪ੍ਰਭੂ ਦੇ ਅੱਗੇ ਵਰਤ ਰੱਖੀਏ, ਬੈਠੀਏ। ਦੇਖੋ, ਜਦੋਂ ਆਪਣੇ ਜ਼ਿੰਦਗੀ 'ਚ ਕੋਈ ਸਮੱਸਿਆ ਆ ਜਾਂਦੀ ਆ, ਪਰੇਸ਼ਾਨੀ ਆ ਜਾਂਦੀ ਆ, ਤੇ ਫਿਰ ਕੀ ਆ, ਕਈ ਘਰਾਂ 'ਚ ਤਾਂ ਇੱਦਾਂ ਹੁੰਦਾ, ਚੁੱਲ੍ਹਾ ਨਹੀਂ ਬਲਦਾ। ਜਦੋਂ ਸਮੱਸਿਆ ਆਉਂਦੀ ਆ ਤੇ ਫਿਰ ਕੀ ਆ, ਫਿਰ ਕਹਿੰਦੇ ਪਰੇ ਲੈ ਜਾਓ ਰੋਟੀ, ਮੈਨੂੰ ਨਹੀਂ ਚੰਗੀ ਲੱਗਦੀ, ਮੈਂ ਨਹੀਂ ਖਾਣੀ ਰੋਟੀ। ਇਹਦਾ ਮਤਲਬ ਉਹਦਾ ਕੀ ਮਕਸਦ ਕੀ ਆ, ਕਿ ਹੁਣ ਅਸੀਂ ਬੜੇ ਦੁੱਖ ਵਿੱਚ ਹਾਂ, ਬੜੀ ਪਰੇਸ਼ਾਨੀ ਵਿੱਚ ਹਾਂ, ਇਹਦੇ ਵਿੱਚੋਂ ਸਾਨੂੰ ਕੋਈ ਵੀ ਕੱਢ ਨਹੀਂ ਸਕਦਾ। ਪਰ ਇੱਕ ਪਰਮੇਸ਼ਵਰ ਹੈਗਾ ਜਿਹੜਾ ਸਾਨੂੰ ਇਸ ਦੁੱਖਾਂ ਤੋਂ ਕੱਢ ਸਕਦਾ ਹੈ, ਪਰੇਸ਼ਾਨੀਆਂ 'ਚੋਂ ਕੱਢ ਸਕਦਾ ਹੈ। ਪਰ ਸਾਨੂੰ ਕੀ ਆ, ਉਹਦੇ ਅੱਗੇ ਵਰਤ ਰੱਖ ਕੇ ਤੇ ਬੈਠ ਕੇ ਪ੍ਰਾਰਥਨਾ ਕਰਨੀ ਆ। ਹਾਲੇਲੂਇਆ। ਉਹਦੇ ਅੱਗੇ ਤਰਲੇ ਕਰਨੇ ਆ। ਪਰ ਕੀ ਆ, ਅੱਜ ਕੀ ਆ, ਲੋਕਾਂ ਦਾ ਸੁਭਾਅ ਕੀ ਬਣ ਗਿਆ ਕਿ ਵਰਤ ਰੱਖ ਕੇ ਕਦੀ ਇਹਦੇ ਕੋਲ ਚਲ ਜਾ, ਕਦੀ ਉਹਦੇ ਕੋਲ ਚਲ ਜਾ, ਕਦੀ ਉਸ ਘਰ ਚਲ ਜਾ, ਕਦੀ ਉਸ ਘਰ ਚਲ ਜਾ, ਕਦੀ ਇਹਦੇ ਕੋਲ ਬਹਿ ਜਾ, ਕਦੀ ਉਹਦੇ ਕੋਲ ਚਾਰ ਗੱਲਾਂ ਕਰ ਲਾ। ਤੇ ਕੀ ਆ, ਸਾਰਾ ਕੰਮ ਕੀ ਆ, ਸ਼ੈਤਾਨ ਦੀ ਮਹਿਮਾ ਕਰੀ ਜਾਣੀ ਹਰੇਕ ਟਾਈਮ। ਤੇ ਉੱਥੇ ਕੀ ਨਾ, ਫਿਰ ਕਹਿਣਾ ਪਤਾ ਨਹੀਂ ਮੈਂ ਤੇ ਵਰਤ ਵੀ ਰੱਖਿਆ ਸੀ, ਤਾਂ ਵੀ ਪਰਮੇਸ਼ਰ ਨੇ ਖਰੇ ਸੁਣੀ ਹੀ ਨਹੀਂ, ਪਰਮੇਸ਼ਰ ਨੇ ਖਰੇ ਮੈਨੂੰ ਛੱਡ ਹੀ ਦਿੱਤਾ। ਪਰ ਉਹਦਾ ਮਤਲਬ ਕੀ ਆ ਕਿ ਲਿਖਿਆ ਵਰਤ ਜਦੋਂ ਰੱਖਣਾ ਆ ਤੇ ਫਿਰ ਪਰਮੇਸ਼ਵਰ ਦੇ ਅੱਗੇ ਬੈਠਣਾ ਆ, ਪਰਮੇਸ਼ਵਰ ਨਾਲ ਗੱਲਬਾਤ ਕਰਨੀ ਆ, ਹੋਰ ਕਿਸੇ ਨਾਲ ਗੱਲ ਨਹੀਂ ਕਰਨੀ। ਪਰਮੇਸ਼ਵਰ ਦੇ ਉਹ ਤਾਂ ਹੀ ਉੱਥੇ ਲਿਖਿਆ, ਕਹਿੰਦਾ ਸੋ ਅਸੀਂ ਵਰਤ ਰੱਖ ਕੇ ਇਸ ਗੱਲ ਦੇ ਲਈ ਪਰਮੇਸ਼ਵਰ ਦੇ ਤਰਲੇ ਕੀਤੇ ਅਤੇ ਉਹਨੇ ਸਾਡੀ ਸੁਣੀ। ਇਹਦਾ ਮਤਲਬ ਪਰਮੇਸ਼ਵਰ ਸੁਣਦਾ ਆ ਜਦੋਂ ਅਸੀਂ ਉਹਦੇ ਅੱਗੇ ਬੈਠਦੇ ਹਾਂ। ਪਰ ਕਈ ਲੋਕ ਤਾਂ ਵਰਤ ਰੱਖ ਕੇ ਸੌਂ ਹੀ ਜਾਂਦੇ ਆ, ਕਹਿੰਦੇ ਚਲੋ ਨੀਂਦ ਹੀ ਬੜੀ ਆਉਂਦੀ ਆ। ਤੇ ਵਰਤ ਰੱਖ ਕੇ ਕੀ ਕਰਨਾ, ਪਰਮੇਸ਼ਵਰ ਦੇ ਅੱਗੇ ਤਰਲੇ ਕਰਨੇ। ਦੇਖੋ, ਜਦੋਂ ਆਪਾਂ ਨੀਨਵਾ ਦੇ ਬਾਰੇ ਪੜ੍ਹਦੇ ਹਾਂ ਕਿ ਨੀਨਵਾ ਦੇ ਲੋਕਾਂ ਨੂੰ ਪਰਮੇਸ਼ਵਰ ਦਾ ਸੰਦੇਸ਼ ਗਿਆ ਕਿ ਮੈਂ ਤੁਹਾਨੂੰ ਕੀ ਕਰ ਦੇਣਾ, ਹੁਣ ਖਤਮ ਕਰ ਦੇਣਾ, ਨਾਸ਼ ਕਰ ਦੇਣਾ। ਤੇ ਨੀਨਵਾ ਦੇ ਲੋਕਾਂ ਨੇ ਕੀ ਕੀਤਾ, ਵਰਤ ਰੱਖ ਕੇ ਤੱਪੜ ਪਾ ਕੇ ਪਰਮੇਸ਼ਵਰ ਦੇ ਸਾਹਮਣੇ ਬੈਠ ਗਏ ਤੇ ਪਰਮੇਸ਼ਵਰ ਨੇ ਕੀ ਕੀਤਾ, ਉਹਨਾਂ ਤੇ ਕਿਰਪਾ ਕਰ ਦਿੱਤੀ। ਪਰਮੇਸ਼ਵਰ ਨੇ ਉਹਨਾਂ ਨੂੰ ਨਾਸ਼ ਨਹੀਂ ਕੀਤਾ। ਇਹਦਾ ਮਤਲਬ ਉਹਨਾਂ ਨੇ ਜ਼ੋਰ ਲਾਇਆ, ਤਰਲੇ ਕੀਤੇ ਪਰਮੇਸ਼ਵਰ ਦੇ ਅੱਗੇ, ਮਾਫੀਆਂ ਮੰਗੀਆਂ ਔਰ ਆਪਣਾ ਜੀਵਨ ਪ੍ਰਭੂ ਦੇ ਹੱਥ ਵਿੱਚ ਦਿੱਤਾ। ਤੇ ਪਰਮੇਸ਼ਵਰ ਨੇ ਕੀ ਕਰਤਾ, ਉਹਨਾਂ ਨੂੰ ਮਾਫ ਕਰ ਦਿੱਤਾ ਤੇ ਪਰਮੇਸ਼ਵਰ ਨੇ ਉਹਨਾਂ ਨੂੰ ਨਾਸ਼ ਨਹੀਂ ਕੀਤਾ। ਇਹਦਾ ਮਤਲਬ ਕਿ ਅਸੀਂ ਕਈ ਵਾਰੀ ਪ੍ਰਭੂ ਦੇ ਕੋਲੋਂ ਮਾਫੀ ਮੰਗਦੇ ਹਾਂ, ਤਰਲੇ ਕਰਦੇ ਹਾਂ, ਪਰ ਫਿਰ ਉਸੇ ਤਰ੍ਹਾਂ ਹੋ ਜਾਂਦੇ ਹਾਂ, ਫਿਰ ਉਹੀ ਕੰਮ ਅਸੀਂ ਕਰਦੇ ਹਾਂ। ਪਰ ਇਸ ਕਰਕੇ ਪ੍ਰਭੂ ਦੇ ਕੋਲੋਂ ਸਾਨੂੰ ਵਰਤ ਰੱਖ ਕੇ ਤਰਲੇ ਕਰਨ ਦੀ ਜ਼ਰੂਰਤ ਆ, ਪ੍ਰਾਰਥਨਾ ਕਰਨ ਦੀ ਜ਼ਰੂਰਤ ਆ, ਕਿਉਂਕਿ ਪਰਮੇਸ਼ਵਰ ਸਾਡੀਆਂ ਪ੍ਰਾਰਥਨਾ ਨੂੰ ਸੁਣਦਾ ਆ। ਔਰ ਉਹਦਾ 21ਵਾਂ ਵਚਨ ਪੜ੍ਹੀਏ, ਤਦ ਮੈਂ ਉੱਥੇ ਆਹਵਾ ਨਦੀ ਦੇ ਤੇ ਵਰਤ ਦਾ ਹੋਕਾ ਦਵਾਇਆ, ਤਾਂ ਜੋ ਅਸੀਂ ਆਪਣੇ ਪਰਮੇਸ਼ਰ ਦੇ ਸਨਮੁਖ ਅਧੀਨ ਹੋ ਕੇ ਆਪਣੇ ਲਈ ਤੇ ਆਪਣੇ ਨਿਆਣਿਆਂ ਲਈ ਤੇ ਆਪਣੇ ਸਾਰੇ ਮਾਲ ਦੇ ਲਈ ਉਸ ਤੋਂ ਸਿੱਧੀ ਰਾਹ ਮੰਗੀਏ। ਹਾਲੇਲੂਇਆ। ਇੱਥੇ ਲਿਖਿਆ ਪ੍ਰਭੂ ਦੇ ਵਚਨ 'ਚ, ਤਦ ਮੈਂ ਉੱਥੇ ਆਹਵਾ ਨਦੀ ਦੇ ਵਰਤ ਦਾ ਹੋਕਾ ਦਵਾਇਆ, ਤਾਂ ਜੋ ਅਸੀਂ ਆਪਣੇ ਪਰਮੇਸ਼ਵਰ ਦੇ ਸਨਮੁਖ ਅਧੀਨ ਹੋ ਕੇ ਆਪਣੇ ਲਈ ਤੇ ਆਪਣੇ ਨਿਆਣਿਆਂ ਲਈ ਤੇ ਆਪਣੇ ਸਾਰੇ ਮਾਲ ਦੇ ਲਈ ਉਸ ਤੋਂ ਸਿੱਧੀ ਰਾਹ ਮੰਗੀਏ। ਕਹਿੰਦਾ ਕਿ ਮੈਂ ਹੋਕਾ ਉਹਦੇ ਵਿੱਚ ਦਵਾਇਆ ਲੋਕਾਂ ਦੇ ਵਿੱਚ, ਭਈ ਵਰਤ ਦਾ, ਭਈ ਤੁਸੀਂ ਕੀ ਕਰੋ, ਆਪਣੇ ਪਰਮੇਸ਼ਵਰ ਦੇ ਅੱਗੇ ਅਧੀਨ ਹੋ ਕੇ ਤੇ ਆਪਣੇ ਪਰਮੇਸ਼ਵਰ ਤੋਂ ਕੀ ਕਰੋ, ਆਪਣੇ ਪਰਮੇਸ਼ਵਰ ਤੋਂ ਮੰਗੋ ਵੀ ਆਪਣੇ ਨਿਆਣਿਆਂ ਲਈ, ਆਪਣੇ ਮਾਲ ਦੇ ਲਈ, ਆਪਣੇ ਨਿਆਣਿਆਂ ਲਈ ਤੇ ਆਪਣੇ ਮਾਲ ਦੇ ਲਈ ਉਸ ਤੋਂ ਸਿੱਧੀ ਰਾਹ ਮੰਗੀਏ। ਹਾਲੇਲੂਇਆ। ਦੇਖੋ, ਕਈ ਵਾਰੀ ਸਾਡੇ ਨਿਆਣਿਆਂ ਦੇ ਰਾਹ ਵਿੰਗੇ ਟੇਢੇ ਹੁੰਦੇ ਆ ਤੇ ਉਹ ਪ੍ਰਭੂ ਚਾਹੁੰਦਾ, ਪ੍ਰਭੂ ਦਾ ਵਚਨ ਦੱਸਦਾ ਕਿ ਅਸੀਂ ਆਪਣੇ ਨਿਆਣਿਆਂ ਦੇ ਲਈ ਕੀ ਰੱਖ ਸਕਦੇ ਹਾਂ, ਪ੍ਰਭੂ ਤੋਂ ਸਿੱਧੀ ਰਾਹ ਮੰਗ ਸਕਦੇ ਹਾਂ, ਵਰਤ ਰੱਖ ਸਕਦੇ ਹਾਂ, ਪ੍ਰਾਰਥਨਾ ਕਰ ਸਕਦੇ ਹਾਂ। ਪਰ ਦੇਖੋ, ਜੇ ਅਸੀਂ ਸੋਚੀਏ ਵੀ ਅਸੀਂ ਕਹਿੰਦੇ ਅਸੀਂ ਤਾਂ ਹੁਣ ਬੁੱਢੇ ਹੋ ਗਏ ਹਾਂ, ਅਸੀਂ ਕਿੱਦਾਂ ਵਰਤ ਰੱਖੀਏ। ਪਰ ਆਈਏ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਪੜ੍ਹਦੇ ਹਾਂ, ਪਰਮੇਸ਼ਵਰ ਦਾ ਵਚਨ ਜਿਹੜਾ ਉਹ ਸਾਨੂੰ ਸਾਰੀਆਂ ਗੱਲਾਂ ਜਿਹੜੀਆਂ ਦੱਸਦਾ। ਲੂਕਾ ਦੀ ਅੰਜੀਲ ਦੇ ਵਿੱਚ
ਆਪਾਂ ਇੱਕ ਵਚਨ ਪੜ੍ਹਦੇ ਹਾਂ, ਲੂਕਾ ਦੀ ਅੰਜੀਲ ਉਹਦਾ 2 ਅਧਿਆਏ ਉਸ ਦਾ 36 ਔਰ 37 ਵਚਨ ਦੇ ਵਿੱਚ ਆਪਾਂ ਪੜ੍ਹਾਂਗੇ। ਅਤੇ ਅਸ਼ੇਰ ਦੇ ਘਰਾਣੇ ਵਿੱਚੋਂ ਆਨਾ ਨਾਉ ਦੀ ਇੱਕ ਨਬੀਆ ਫਨੂਇਲ ਦੀ ਧੀ ਸੀ। ਉਹ ਵੱਡੀ ਉਮਰ ਦੀ ਸੀ। ਉਸ ਨੇ ਆਪਣੇ ਕੁਆਰਪੁਣੇ ਤੋਂ 7 ਵਰ੍ਹੇ ਭਰਥਾ ਨਾਲ ਨਿਰਵਾਹ ਕੀਤਾ ਸੀ ਅਤੇ ਉਹ 84 ਵਰ੍ਹਿਆਂ ਤੋਂ ਵਿਧਵਾ ਸੀ। ਸੋ ਹੈਕਲ ਨੂੰ ਨਾ ਛੱਡਦੀ, ਪਰ ਵਰਤ ਰੱਖਣ ਅਤੇ ਬੇਨਤੀ ਕਰਨ ਨਾਲ ਰਾਤ ਦਿਨ ਬੰਦਗੀ ਕਰਦੀ ਰਹਿੰਦੀ ਸੀ। ਹਾਲੇਲੂਇਆ। ਦੇਖੋ ਇਹ ਕਿੰਨੇ ਸਾਲ ਦੀ ਸੀਗੀ ਜੀ? 84 ਸਾਲਾਂ ਦੀ ਸੀਗੀ। ਹਾਲੇਲੂਇਆ। ਕਿੰਨੇ ਸਾਲਾਂ ਦੀ? 84 ਸਾਲ। ਤੇ ਇੱਥੇ 60 ਸਾਲਾਂ ਦੀ ਹੋਣ ਤੇ ਉਹ ਕਹਿੰਦੇ ਹਾਏ ਹੁਣ ਕੀ ਕਰੀਏ, ਬੁਰਾ ਹਾਲ ਹੋ ਗਿਆ, ਭੁੱਖ ਨਹੀਂ ਕੱਟੀ ਜਾਂਦੀ। ਪਰ ਇਹ ਕੀ ਕਰਦੀ ਸੀਗੀ? ਲਿਖਿਆ ਇਹ ਵਰਤ ਰੱਖਦੀ ਸੀਗੀ, ਪ੍ਰਾਰਥਨਾ ਕਰਦੀ ਰਹਿੰਦੀ ਸੀ, ਦਿਨ ਰਾਤ ਬੰਦਗੀ ਦੇ ਵਿੱਚ ਲੱਗੀ ਰਹਿੰਦੀ ਸੀ। ਹਾਲੇਲੂਇਆ। ਤੇ ਦੇਖੋ ਅੱਜ ਸਾਡੀਆਂ ਮਾਤਾਵਾਂ ਭੈਣਾਂ ਕਿੰਨੀ ਕੁ ਬੰਦਗੀ ਕਰਦੀਆਂ। ਚਲੋ ਜਿਹੜੀਆਂ ਜਵਾਨ ਆ ਉਹਨਾਂ ਨੂੰ ਤਾਂ ਆਪਾਂ ਨਹੀਂ ਕਹਿ ਸਕਦੇ, ਤੇ ਜਿਹੜੀਆਂ ਸਾਡੀਆਂ ਮਾਤਾ ਹੋ ਗਈਆਂ ਉਹ ਕਿੰਨੀ ਕੁ ਬੰਦਗੀ ਕਰਦੀਆਂ, ਕਿੰਨੀ ਕੁ ਦੁਆ ਕਰਦੀਆਂ, ਹੈ ਨਾ। ਚਿੰਤਾ 'ਚ ਹੀ ਉਮਰ ਗਵਾ ਲੈਂਦੀਆਂ। ਚਿੰਤਾ 'ਚ ਹੀ ਬੀਪੀ ਵਧਾ ਲਿਆ, ਚਿੰਤਾ 'ਚ ਹੀ ਬੀਪੀ ਘਟਾ ਲਿਆ, ਚਿੰਤਾ 'ਚ ਹੀ ਬਿਮਾਰ ਹੋ ਗਏ, ਅਤੇ ਚਿੰਤਾ 'ਚ ਹੀ ਫਿਰੀ ਗਏ, ਅਤੇ ਰੱਬ ਦਾ ਨਾਂ ਕਦੇ ਯਾਦ ਆਉਂਦਾ ਹੀ ਨਹੀਂ ਆ। ਦੇਖੋ ਮੈਂ ਤੁਹਾਨੂੰ ਕੁਛ ਗਵਾਹੀ ਦੱਸਦਾ ਕਿ ਜਿਹੜੇ ਸਾਊਥ ਦੇ ਵਿੱਚ ਆ, ਸਾਊਥ ਕੇਰਲਾ ਦੇ ਵਿੱਚ ਜਾਂ ਮਦਰਾਸ ਦੇ ਵਿੱਚ ਜਿਹੜੀਆਂ ਬੀਬੀਆਂ ਆ ਬੁਢਾਪੇ ਦੇ ਸਮੇਂ ਦੇ ਵਿੱਚ, ਅਤੇ ਉਹ ਕੀ ਆ, ਪਰਮੇਸ਼ਵਰ ਨਾਲ ਇੰਨੇ ਵਫਾਦਾਰ ਆ, ਵਰਤ ਰੱਖਦੀਆਂ ਆ, ਪ੍ਰਾਰਥਨਾ ਕਰਦੀਆਂ ਆ, ਪਰਮੇਸ਼ਵਰ ਦੇ ਨਾਲ ਰਿਸ਼ਤਾ ਉਹਨਾਂ ਦਾ ਸਹੀ ਆ। ਅਤੇ ਉਹਨਾਂ ਦੇ ਨਿਆਣੇ ਭਾਵੇਂ ਉਹਨਾਂ ਨੂੰ ਦੇਖਣ ਚਾਹੇ ਨਾ ਦੇਖਣ, ਪਰ ਉਹਨਾਂ ਦਾ ਰੱਬ ਉਹਨਾਂ ਨੂੰ ਕੀ ਕਰ ਰਿਹਾ? ਚਲਾ ਰਿਹਾ। ਹਾਲੇਲੂਇਆ। ਉਹਨਾਂ ਦਾ ਰੱਬ ਉਹਨਾਂ ਨੂੰ ਕੀ ਕਰਦਾ ਪਿਆ? ਚਲਾ ਰਿਹਾ। ਮੈਂ ਤੁਹਾਨੂੰ ਇੱਕ ਜਿੰਦੀ ਜਾਗਦੀ ਮਿਸਾਲ ਦੱਸਦਾ ਕਿ ਸਾਡੇ ਇੱਕ ਪਾਸਟਰ ਆ ਮੋਗੇ ਵਿੱਚ, ਅਤੇ ਉਹ ਚੇਨਈ ਦੇ ਵਿੱਚ ਵਿਆਹੇ ਹੋਏ ਆ, ਅਤੇ ਉਹਨਾਂ ਦੇ ਜਿਹੜੀ ਸੱਸ ਆ, ਉਹਦਾ ਸਹੁਰਾ ਨਹੀਂ ਹੈਗਾ, ਸੱਸ ਆ, ਅਤੇ ਸਿਰਫ ਉਹਦੀਆਂ ਕੁੜੀਆਂ ਹੀ ਆ, ਮੁੰਡਾ ਨਹੀਂ ਹੈਗਾ। ਅਤੇ ਉਹ ਇੱਕ ਚਰਚ ਦੇ ਨਾਲ ਜੁੜੇ ਹੋਏ ਆ। ਉਹ ਚਰਚ ਦੇ ਨਾਲ ਜੁੜ ਕੇ ਕਿਹੜੀ ਸੇਵਾ ਕਰਦੇ ਆ? ਪ੍ਰਾਰਥਨਾ ਦੀ ਸੇਵਾ। ਪ੍ਰਾਰਥਨਾ ਦੇ ਵਿੱਚ ਰਹਿੰਦੇ ਉਹ, ਅਤੇ ਪਰਮੇਸ਼ਵਰ ਨੂੰ ਕੀ ਕਰ ਰਿਹਾ? ਪਰਮੇਸ਼ਵਰ ਉਹਨਾਂ ਨੂੰ ਜਹਾਜ਼ਾਂ 'ਚ ਘੁਮਾ ਰਿਹਾ। ਹਾਲੇਲੂਇਆ। ਅਤੇ ਇੱਥੇ ਕਹਿਣਗੇ ਹਾਂ ਵਿਚਾਰੀ ਦਾ ਬੰਦਾ ਮਰ ਗਿਆ ਸੀਗਾ, ਇਹਨੇ ਵਿਚਾਰੀ ਹੁਣ ਕਿਹਦੇ ਸਿਰ 'ਤੇ ਦਿਨ ਕੱਟਣੇ ਆ, ਫਲਾਨਾ ਆ। ਪਰ ਉਹ ਕਿੱਦਾਂ ਦੇ ਦਿਨ ਕੱਟ ਰਹੀ ਆ ਜੀ? ਵਧੀਆ ਦਿਨ ਕੱਟ ਰਹੀ ਆ। ਉੱਦਾਂ ਦੇ ਉਹ ਵੀ ਨਹੀਂ ਕੱਟ ਰਹੇ ਜਿਨ੍ਹਾਂ ਦੇ ਨਿਆਣੇ ਆ। ਅਤੇ ਉਹਨੂੰ ਜਿੱਥੇ ਵੀ ਜਾਣਾ ਹੁੰਦਾ ਉਹਨੂੰ ਟਿਕਟ ਦਿੱਤੀ ਜਾਂਦੀ ਜਹਾਜ਼ ਦੀ, ਅਤੇ ਜਹਾਜ਼ ਦੀ ਟਿਕਟ 'ਤੇ ਜਾ ਕੇ ਫਿਰ ਉਹ ਪ੍ਰਾਰਥਨਾ ਕਰਕੇ ਆਉਂਦੀ ਉੱਥੇ। ਅਤੇ ਇੱਥੇ ਵੀ ਹੁਣ ਆਏ ਸੀਗੇ, ਅਤੇ ਸਿੱਧੇ ਅੰਮ੍ਰਿਤਸਰ ਆ ਕੇ ਉਤਰਦੇ ਆ, ਜਾਂ ਉੱਥੇ ਉਤਰਦੇ ਆ ਦਿੱਲੀ ਆ ਕੇ ਉਤਰਦੇ। ਅਤੇ ਪਰਮੇਸ਼ਵਰ ਕਿੰਨਾ ਮਹਾਨ ਆ। ਪਰ ਜਿਹੜੇ ਪਰਮੇਸ਼ਵਰ ਨਾਲ ਜੁੜੇ ਹੋਏ ਆ ਉਹ ਹੀ ਦੱਸ ਸਕਦੇ ਆ, ਉਹ ਹੀ ਅਨੁਭਵ ਕਰ ਸਕਦੇ ਆ ਜਿਹੜੇ ਪਰਮੇਸ਼ਵਰ ਨਾਲ ਜੁੜੇ ਹੋਏ ਆ। ਅਤੇ ਜਿਹੜੇ ਇੱਦਾਂ ਧਰਤੀ ਨਾਲ ਹੀ ਜੁੜੇ ਹੋਏ ਆ, ਅਤੇ ਉਹਨਾਂ ਤੋਂ ਤਰਲੇ ਹੀ ਆਪਾਂ ਸੁਣ ਸਕਦੇ ਹਾਂ। ਇਸ ਕਰਕੇ ਰੱਬ ਨਾਲ ਆਪਣਾ ਰਿਸ਼ਤਾ ਜੋੜੀਏ, ਰੱਬ ਵੱਲ ਦੇਖ ਕੇ ਚੱਲੀਏ, ਆਪਣੇ ਨਿਆਣਿਆਂ ਵੱਲ ਨਾ ਦੇਖੀਏ, ਆਪਣੇ ਘਰ ਵਾਲੇ ਵੱਲ ਨਾ ਦੇਖੀਏ, ਪਰ ਉਸ ਰੱਬ ਦੇ ਵੱਲ ਦੇਖੀਏ, ਅਤੇ ਰੱਬ ਸਭ ਕੁਛ ਕਰਨ ਦੀ ਸਾਮਰਥ ਰੱਖਦਾ ਆ। ਹਾਲੇਲੂਇਆ। ਅਤੇ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਸਾਲ ਉਹ ਇੱਥੇ ਜਦੋਂ ਆਏ, ਮਈ ਦੇ ਵਿੱਚ ਆਏ, ਅਤੇ ਉਹਨਾਂ ਨੇ ਦੇਖਿਆ ਮਈ ਦੇ ਵਿੱਚ ਬੜੀ ਗਰਮੀ ਸੀ, ਅਤੇ ਉਹ ਆ ਕੇ ਜੋ ਦੇਖਿਆ ਵੀ ਹਾਏ ਇੰਨੀ ਗਰਮੀ 'ਚ ਰਹਿੰਦੇ ਆ। ਅਤੇ ਉਹ ਉਹਨਾਂ ਨੂੰ ਨਾਲ ਇੱਕ ਹੋਰ ਵੀ ਉਹਨਾਂ ਦੀ ਭੈਣ ਸੀਗੀ, ਅਤੇ ਉਹ ਕਹਿੰਦੇ ਚਲੋ ਬਾਜ਼ਾਰ ਚਲੀਏ। ਅਤੇ ਬਾਜ਼ਾਰ ਗਏ, ਅਤੇ ਉਹ ਉੱਥੋਂ AC ਖਰੀਦ ਕੇ ਉਹਨਾਂ ਨੂੰ AC ਲਵਾ ਕੇ ਦੇ ਕੇ ਗਏ। ਹਾਲੇਲੂਇਆ। ਰੱਬ ਦੇ ਲੋਕ ਆਪਣੇ ਲਈ ਨਹੀਂ ਜੀਂਦੇ ਇਕੱਲਾ, ਵੀ ਜੇ ਬਜ਼ੁਰਗ ਹੋ ਗਏ ਆ ਅਤੇ ਬੁੱਢੇ ਹੋ ਗਏ ਅਤੇ ਆਪਣੇ ਲਈ ਆਪਣੇ ਲਈ ਨਹੀਂ ਜੀਂਦੇ। ਰੱਬ ਦੀ ਸੇਵਾ ਲਈ, ਰੱਬ ਦੇ ਕੰਮ ਲਈ, ਰੱਬ ਦੇ ਲਈ ਆਪਣਾ ਜੀਵਨ ਜਿਹੜਾ ਉਹਨਾਂ ਨੇ ਸਮਰਪਣ ਕੀਤਾ। ਅਤੇ ਰੱਬ ਕਿੱਦਾਂ ਲਈ ਫਿਰਦਾ ਉਹਨਾਂ ਨੂੰ? ਕਹਿੰਦਾ ਵਚਨ 'ਚ ਲਿਖਿਆ, ਜਿੱਦਾਂ ਉਕਾਬ ਆਪਣੇ ਖੰਭਾਂ 'ਤੇ ਆਪਣੇ ਬੱਚਿਆਂ ਨੂੰ ਚੁੱਕੀ ਫਿਰਦਾ, ਮੈਂ ਇੱਦਾਂ ਤੁਹਾਨੂੰ ਚੁੱਕ ਕੇ ਫਿਰੂੰਗਾ। ਅਤੇ ਰੱਬ ਆਪਣੇ ਵਾਅਦਿਆਂ ਨੂੰ ਪੂਰਿਆਂ ਕਰਦਾ ਆ ਜਦੋਂ ਅਸੀਂ ਉਹਦੇ ਨਾਲ ਜੁੜੇ ਰਹਿੰਦੇ ਹਾਂ। ਅਤੇ ਲਿਖਿਆ ਇਹ ਕੌਣ ਸੀ? ਕਿੰਨੀ ਸੀਗੀ ਜੀ? 84 ਵਰ੍ਹਿਆਂ ਦੀ ਸੀਗੀ। ਪਰ ਕੀ ਕਰਦੀ ਸੀਗੀ? ਹੈਕਲ ਦੇ ਵਿੱਚ ਪੜ੍ਹੀਏ, ਉਸ ਬੱਚਨ ਨੂੰ ਦੁਬਾਰਾ ਪੜ੍ਹੀਏ। ਅਤੇ ਸ਼ੇਰ ਦੇ ਘਰਾਣੇ ਵਿੱਚੋਂ ਆਨਾ ਨਾਮ ਦੀ ਇੱਕ ਨਬੀਆ ਫਨੂਇਲ ਦੀ ਧੀ ਸੀ। ਉਹ ਵੱਡੀ ਉਮਰ ਦੀ ਸੀ। ਉਸ ਨੇ ਆਪਣੇ ਕੁਆਰਪੁਣੇ ਤੋਂ 7 ਵਰ੍ਹੇ ਭਰਥਾ ਨਾਲ ਨਿਰਵਾਹ ਕੀਤਾ ਸੀ ਅਤੇ ਉਹ 84 ਵਰ੍ਹਿਆਂ ਤੋਂ ਵਿਧਵਾ ਸੀ। ਜੋ ਹੈਕਲ ਨੂੰ ਨਾ ਛੱਡਦੀ, ਪਰ ਵਰਤ ਰੱਖਣ ਅਤੇ ਬੇਨਤੀ ਕਰਨ ਨਾਲ
ਰਾਤ ਦਿਨ ਬੰਦਗੀ ਕਰਦੀ ਰਹਿੰਦੀ ਸੀ। ਹਾਲੇਲੂਇਆ। ਹਾਲੇਲੂਇਆ। ਦੇਖੋ ਕਿੰਨਿਆਂ ਸਾਲਾਂ ਤੋਂ? ਸਿਰਫ 7 ਸਾਲ। ਸਿਰਫ 7 ਸਾਲ ਹੀ ਆਪਣੇ ਘਰ ਵਾਲੇ ਨਾਲ ਰਹੀ ਆ, ਤੇ 7 ਸਾਲਾਂ ਤੋਂ ਕੀ ਹੋ ਗਿਆ? ਤੇ ਘਰ ਵਾਲਾ ਮਰ ਗਿਆ, ਤੇ 84 ਸਾਲਾਂ ਤੋਂ ਵਿਧਵਾ ਸੀਗੀ, ਤੇ ਕੀ ਕਰਦੀ ਸੀਗੀ? ਵਰਤ ਰੱਖਦੀ, ਪ੍ਰਾਰਥਨਾ ਕਰਦੀ, ਤੇ ਬੰਦਗੀ ਕਰਨ ਚ ਲੱਗੀ ਰਹਿੰਦੀ ਰਾਤ ਦਿਨ, ਤੇ ਹੈਕਲ ਨੂੰ ਨਹੀਂ ਛੱਡਦੀ ਸੀ। ਹਾਲੇਲੂਇਆ। ਹੈਕਲ ਦਾ ਛੱਡਣ ਦਾ ਮਤਲਬ ਹੈ ਕਿ ਰੱਬ ਦੇ ਘਰ ਨੂੰ, ਰੱਬ ਦੀ ਬੰਦਗੀ ਨੂੰ ਨਹੀਂ ਸੀ ਛੱਡਦੀ। ਮੰਨ ਲਓ ਜਿੱਦਾਂ ਹੁਣ ਐਤਵਾਰ ਦਾ ਸਾਡਾ ਦਿਨ ਹੁੰਦਾ, ਤੇ ਕੀ ਪਤਾ ਹੁਣ ਹੈ ਨਾ ਕਿਸੇ ਨੇ ਬੰਦਗੀ ਤੇ ਆਉਣਾ ਜਾਂ ਨਹੀਂ ਆਉਣਾ, ਪਰ ਇਹ ਨਹੀਂ ਸੀਗਾ ਲਿਖਿਆ। ਉਹ ਹੈਕਲ ਨੂੰ ਨਹੀਂ ਛੱਡਦੀ ਸੀਗੀ, ਤੇ ਰੱਬ ਛੱਡ ਦਊਗਾ ਉਹਨੂੰ ਫਿਰ। ਹਾਲੇਲੂਇਆ। ਜਿਹੜੇ ਹੈਕਲ ਨੂੰ ਨਹੀਂ ਛੱਡਦੇ, ਰੱਬ ਵੀ ਉਹਨਾਂ ਨੂੰ ਨਹੀਂ ਛੱਡਦਾ, ਰੱਬ ਵੀ ਉਹਨਾਂ ਨੂੰ ਨਹੀਂ ਤਿਆਗਦਾ, ਪਰਮੇਸ਼ਰ ਉਹਨੂੰ ਵਧਾਉਂਦਾ ਆ। ਅਤੇ ਮੈਨੂੰ ਬਹੁਤ ਵਧੀਆ ਲੱਗਦਾ ਕਿ ਉਹ ਲੋਕ, ਅਸੀਂ ਉੱਧਰ ਜਾਂਦੇ ਹਾਂ, ਅਤੇ ਉਹ ਬੀਬੀਆਂ ਜਿਹੜੀਆਂ ਬਜ਼ੁਰਗ ਹੁੰਦੀਆਂ, ਉਹਨਾਂ ਦੀ ਅਲੱਗ-ਅਲੱਗ ਉਹਨਾਂ ਦੀਆਂ ਪ੍ਰਾਰਥਨਾਵਾਂ ਹੁੰਦੀਆਂ, ਅਲੱਗ-ਅਲੱਗ ਸਭਾ ਹੁੰਦੀ ਉਹਨਾਂ ਦੀ। ਅਤੇ ਜਦੋਂ ਸ਼ੁੱਕਰਵਾਰ ਆਉਂਦਾ, ਉਹਨਾਂ ਦੀ ਵਰਤ ਪ੍ਰਾਰਥਨਾ ਹੁੰਦੀ ਆ, ਉਹਦੇ ਵਿੱਚ ਬੀਬੀਆਂ ਜਾਂਦੀਆਂ। ਅਤੇ ਜਦੋਂ ਐਤਵਾਰ ਆਉਂਦਾ, ਅਰਾਧਨਾ ਹੁੰਦੀ, ਉਹਦੇ ਵਿੱਚ ਬੀਬੀਆਂ ਜਾਂਦੀਆਂ, ਰੁਕਦੀਆਂ ਨਹੀਂ ਕਿਤੇ ਵੀ। ਅਤੇ ਮੈਂ ਇੱਕ ਵਾਰੀ ਮੈਂ ਵੀ ਉੱਥੇ ਜਦੋਂ ਕੇਰਲਾ ਵਿੱਚ ਸੀਗਾ, ਅਤੇ ਮੈਂ ਇੱਕ ਘਰ ਦੇ ਵਿੱਚ ਸੀਗਾ, ਅਤੇ ਉਹ ਬੀਬੀ ਜਿਹੜੀ ਸੀ, ਉਹਨਾਂ ਸ਼ੁੱਕਰਵਾਰ ਸੀ, ਅਤੇ ਮੈਂ ਕਿਹਾ ਮੈਂ ਵੀ ਅੱਜ ਨਾ ਪ੍ਰਾਰਥਨਾ 'ਤੇ ਜਾਣਾ। ਅਤੇ ਜਿਹੜਾ ਮੇਰੇ ਨਾਲ ਸੀ ਉਹ ਕਹਿੰਦਾ ਆਪਾਂ ਇਕੱਲਿਆਂ ਨੇ ਜਾਣਾ ਇਸ ਵਾਰ। ਅਤੇ ਮੈਂ ਕਿਹਾ ਚੱਲ ਮੈਂ ਮਾਤਾ ਨਾਲ ਜਾਂਦਾ। ਅਤੇ ਮਾਤਾ ਨੇ ਪੈਰਾਂ 'ਚ ਚੱਪਲ ਨਹੀਂ ਸੀ ਪਾਈ ਹੋਈ, ਉਹਨੇ ਚਿੱਟੀ ਸਾੜੀ ਲਾਈ, ਹੱਥ 'ਚ ਬਾਈਬਲ ਫੜੀ, ਅਤੇ ਮਾਤਾ ਨੰਗੇ ਪੈਰੀ, ਅਤੇ ਚਲੋ ਚਰਚ ਨੂੰ। ਅਤੇ ਮੈਂ ਵੀ ਉਹਦੇ ਨਾਲ ਹੀ ਤੁਰ ਪਿਆ। ਮੈਂ ਕਿਹਾ ਚੱਲ ਹੁਣ ਕੋਈ ਨਹੀਂ। ਵੀ ਜਦੋਂ ਚੱਲ ਗਿਆ ਅਸੀਂ ਚਰਚ ਦੇ ਵਿੱਚ, ਉੱਥੇ ਪ੍ਰਾਰਥਨਾ ਕੀਤੀ, ਬੈਠ ਕੇ ਬੰਦਗੀ ਕੀਤੀ, ਅਤੇ ਫਿਰ ਉਹ ਪਾਸਟਰ ਜਿਹੜਾ ਸੀਗਾ ਮੈਨੂੰ ਕਹਿੰਦਾ, ਮਾਤਾ ਨੂੰ ਉਹਨੇ ਭੇਜਤਾ, ਕਹਿੰਦਾ ਤੁਸੀਂ ਬੀਬੀ ਜਾਓ, ਅਤੇ ਮੈਂ ਪਾਸਟਰ ਨੂੰ ਆਪੇ ਛੱਡ ਆਵਾਂਗਾ ਘਰੇ। ਅਤੇ ਇਹਦਾ ਮਤਲਬ ਕਿ ਦੇਖੋ ਉੱਧਰਲੀਆਂ ਬਜ਼ੁਰਗ ਬੀਬੀਆਂ ਵੀ ਕੀ ਕਰਦੀਆਂ, ਅੱਜ ਵੀ ਰੱਬ ਦੇ ਵਚਨ ਨੂੰ ਲੈ ਕੇ ਚੱਲਦੀਆਂ, ਅਤੇ ਵਰਤ ਰੱਖਣ ਦੇ ਵਿੱਚ ਅੱਜ ਵੀ ਪਿੱਛੇ ਨਹੀਂ ਹੈ ਕਿਸੇ ਤੋਂ। ਇਹ ਨਹੀਂ ਕਹਿੰਦੀਆਂ ਹਾਏ ਹੁਣ ਤਾਂ ਅਸੀਂ ਬੁੱਢੇ ਹੋ ਗਏ, ਹੁਣ ਅਸੀਂ ਕਾਹਦਾ ਵਰਤ ਰੱਖਣਾ, ਹੈ ਨਾ, ਅਤੇ ਹੁਣ ਅਸੀਂ ਭੁੱਖੇ ਰਹਿ ਸਕਦੇ। ਪਰ ਨਹੀਂ, ਰੱਬ ਦੇ ਵਚਨ ਨੂੰ ਪੂਰਾ ਕਰਨ ਦੇ ਵਿੱਚ ਅੱਜ ਵੀ ਉਹ ਤਿਆਰ ਆ, ਅਤੇ ਰੱਬ ਆਪਣੇ ਵਾਅਦਿਆਂ ਨੂੰ ਪੂਰਾ ਕਰਨ 'ਚ ਪਿੱਛੇ ਹਟੂਗਾ ਜੀ। ਰੱਬ ਉਹਨਾਂ ਨੂੰ ਬਰਕਤ ਦੇਣ 'ਚ ਪਿੱਛੇ ਹਟੂਗਾ ਕਦੀ ਨਹੀਂ। ਪਰਮੇਸ਼ਰ ਜਿਹੜੇ ਪਰਮੇਸ਼ਰ ਦੇ ਵਾਅਦਿਆਂ ਲਈ ਖੜ੍ਹੇ ਰਹਿੰਦੇ ਆ। ਇਸ ਕਰਕੇ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਵਰਤ ਆ ਸਾਡੇ ਜੀਵਨ ਦੇ ਵਿੱਚ, ਵਰਤ ਰੱਖਣਾ ਸਾਨੂੰ ਜ਼ਰੂਰੀ ਆ। ਦੇਖੋ ਆਪਾਂ ਜਿਸ ਸਮੇਂ ਹਰੇਕ ਸ਼ੁੱਕਰਵਾਰ ਵਰਤ ਪ੍ਰਾਰਥਨਾ ਹੁੰਦੀ ਸੀਗੀ, ਅਤੇ ਲਗਾਤਾਰ ਪਿੰਦੇ ਕਿ ਲਗਾਤਾਰ ਪ੍ਰਾਰਥਨਾ ਚੱਲਦੀ ਸੀ। ਵਰਤ ਪ੍ਰਾਰਥਨਾ 'ਚ 1 ਘੰਟਾ ਪ੍ਰਾਰਥਨਾ ਸ਼ੁੱਕਰਵਾਰ ਦੀ ਜ਼ਰੂਰ ਉੱਥੇ ਹੁੰਦੀ ਸੀ। ਆ ਕੇ ਪਹਿਲਾਂ ਇੱਥੇ ਪ੍ਰਾਰਥਨਾ ਕਰੀਦੀ ਸੀ, ਫਿਰ ਸ਼ਾਮ ਦੀ ਜਿਹੜੀ ਪ੍ਰਾਰਥਨਾ ਸੀ 1 ਘੰਟਾ ਜ਼ਰੂਰ ਉਸ ਘਰ ਦੇ ਵਿੱਚ ਹੁੰਦੀ ਸੀ। ਅਤੇ ਉਹ ਪ੍ਰਾਰਥਨਾਵਾਂ ਦਾ ਫਲ ਆ ਅੱਜ ਪ੍ਰਭੂ ਨੇ ਉਸ ਘਰ ਨੂੰ ਆਸ਼ੀਸ਼ ਦਿੱਤੀ ਆ। ਜੋ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਆਪਣੇ ਘਰ ਵਿੱਚ ਪ੍ਰਾਰਥਨਾ ਲਈ, ਕਿਉਂਕਿ ਜਗ੍ਹਾ ਨਹੀਂ ਹੁੰਦੀ ਸੀ। ਸਾਨੂੰ ਪਤਾ ਜਗ੍ਹਾ ਤਾਂ ਉਨੀ ਕੀ ਸੀ ਬੈਠਣ ਵਾਸਤੇ, ਅਤੇ ਪਰ ਫਿਰ ਵੀ ਉਹਨਾਂ ਨੇ ਇਹ ਨਹੀਂ ਨਾ ਕੀਤੀ ਕਦੀ ਵੀ ਆਪਾਂ ਨਹੀਂ ਪ੍ਰਾਰਥਨਾ ਕਰਨੀ। ਕਹਿੰਦਾ ਠੀਕ ਆ ਜਾਓ ਵੀ ਪ੍ਰਾਰਥਨਾ ਕਰਨੀ। ਅਤੇ ਲਗਾਤਾਰ ਕਿੰਨੇ ਮਹੀਨੇ ਤੱਕ ਉਹ ਪ੍ਰਾਰਥਨਾ ਜਿਹੜੀ ਆ ਚੱਲਦੀ ਰਹੀ ਆ ਸ਼ੁੱਕਰਵਾਰ ਵਾਲੀ, ਅਤੇ ਪ੍ਰਭੂ ਨੇ ਆਸ਼ੀਸ਼ ਦਿੱਤੀ ਆ। ਅਤੇ ਇਸੇ ਤਰ੍ਹਾਂ ਜਦੋਂ ਸਾਡੀਆਂ ਪ੍ਰਾਰਥਨਾ ਜਾਰੀ ਰਹਿੰਦੀਆਂ, ਚੱਲਦੀਆਂ ਰਹਿੰਦੀਆਂ, ਅਤੇ ਪਰਮੇਸ਼ਵਰ ਸਾਨੂੰ ਬਹੁਤ ਵਧਾਉਂਦਾ। ਫਿਰ ਪਰਮੇਸ਼ਵਰ ਸਾਨੂੰ ਘਾਟੇ ਵਿੱਚ ਨਹੀਂ ਰਹਿਣ ਦਿੰਦਾ। ਅਤੇ ਇਸ ਕਰਕੇ ਜਿਹੜਾ ਅਸੀਂ ਪ੍ਰਭੂ ਦੇ ਵਿੱਚ ਆਏ ਹਾਂ, ਸਾਡੇ ਜੀਵਨ ਦੇ ਵਿੱਚ ਵਰਤ ਰੱਖਣਾ ਸਾਨੂੰ ਬਹੁਤ ਜ਼ਰੂਰੀ ਆ। ਸਾਡੇ ਜੀਵਨ 'ਚ ਚਰਚ ਦੇ ਵਿੱਚ ਕਲੀਸਿਆ ਨੂੰ ਵਰਤ ਰੱਖ ਕੇ ਪ੍ਰਾਰਥਨਾ ਕਰਨੀ ਬਹੁਤ ਜ਼ਰੂਰੀ ਆ। ਇੱਕ ਮੈਂਬਰ ਨੂੰ ਆਪਣੇ ਘਰ ਦੇ ਵਿੱਚ ਬਹਿ ਕੇ ਵਰਤ ਰੱਖ ਕੇ ਪ੍ਰਾਰਥਨਾ ਕਰਨੀ ਜ਼ਰੂਰੀ ਆ। ਅਤੇ ਦੇਖੋ ਪਾਸਟਰ ਤਾਂ ਸਾਰਿਆਂ ਲਈ ਵਰਤ ਰੱਖ ਕੇ ਪ੍ਰਾਰਥਨਾ ਕਰਦਾ, ਤਾਂ ਸੋਚਿਓ ਕਦੀ ਪਾਸਟਰ ਲਈ ਕਿਸੇ ਨੇ ਵਰਤ ਰੱਖਿਆ? ਸਾਰੀਆਂ ਕਲੀਸਿਆ ਦੇ ਵਿੱਚ ਪਾਸਟਰ ਵੀ ਵਰਤ ਰੱਖਦਾ, ਅਤੇ ਕਲੀਸਿਆ ਵੀ ਵਰਤ ਰੱਖਦੀ ਆ, ਸਾਰੇ ਮਿਲ ਕੇ ਵੀ ਵਰਤ ਪ੍ਰਾਰਥਨਾ ਚੱਲਦੀ ਆ। ਪਰ ਸਾਡੇ ਕਲੀਸਿਆ ਦੇ ਵਿੱਚ ਕਦੀ ਕਿਸੇ ਨੇ ਸੋਚਿਆ ਨਹੀਂ ਕਿ ਅਸੀਂ ਵਰਤ ਰੱਖ ਕੇ ਅਤੇ ਪ੍ਰਾਰਥਨਾ ਕਰੀਏ, ਆਪਣੇ ਵਾਸਤੇ ਕਰੀਏ, ਜਾਂ ਆਪਣੇ ਕਲੀਸਿਆ ਦੇ ਲੋਕਾਂ ਵਾਸਤੇ ਕਰੀਏ, ਜਾਂ ਆਪਣੇ ਸੇਵਕ ਵਾਸਤੇ ਪ੍ਰਾਰਥਨਾ ਕਰੀਏ। ਪਰ ਇਹ ਜ਼ਿੰਮੇਵਾਰੀ ਆ। ਪ੍ਰਭੂ ਦਾ ਵਚਨ ਸਾਨੂੰ ਦੱਸਦਾ ਕਿ ਵਰਤ ਰੱਖਣਾ ਸਾਡੇ ਮਸੀਹ ਜੀਵਨ ਵਿੱਚ ਜ਼ਰੂਰੀ ਆ, ਕਿਉਂਕਿ ਯਿਸੂ ਮਸੀਹ ਨੇ ਵਰਤ ਰੱਖਿਆ। ਔਰ ਕਲੀਸਿਆ ਦੇ ਵਿੱਚ ਜਦੋਂ ਆਪਾਂ ਪੜ੍ਹਦੇ ਹਾਂ ਤਾਂ ਕਲੀਸਿਆ ਦੇ ਲੋਕਾਂ ਨੇ ਵਰਤ ਰੱਖਿਆ। ਜਦੋਂ ਰਸੂਲਾਂ ਦੇ ਕਿਤਾਬ 3 ਅਧਿਆਇ ਉਹਦਾ 2 ਵਚਨ ਪੜ੍ਹੀਏ। ਰਸੂਲਾਂ ਦੇ ਕਿਤਾਬ ਉਹਦਾ 13 ਅਧਿਆਇ
दूसरा वचन ਉਹਦਾ रसूलों की किताब ਤਾਂ ਇਹ ਪ੍ਰਭੂ ਦੀ ਉਪਾਸਨਾ ਕਰਦੇ ਅਤੇ ਵਰਤ ਰੱਖਦੇ ਸਨ ਹਾਂ। ਤਾਂ ਪਵਿੱਤਰ ਆਤਮਾ ਨੇ ਕਿਹਾ ਕਿ ਮੇਰੇ ਲਈ ਬਰਨਾਬਾਸ ਅਤੇ ਸੌਲੂਸ ਨੂੰ ਉਸ ਕੰਮ ਦੇ ਲਈ ਵੱਖਰਾ ਕਰੋ हाँ ਜਿਹਦੇ ਲਈ ਮੈਂ ਉਹਨਾਂ ਨੂੰ ਬੁਲਾਇਆ। हाँ ਇਹਦਾ ਮਤਲਬ ਇਹ ਕੀ ਆ, ਜਿਹੜੇ ਕਲੀਸਿਆ ਪਹਿਲੀ ਕਲੀਸਿਆ ਸੀਗੀ ਉਹ ਲੋਕ ਕੀ ਕਰਦੇ ਸੀਗੇ, ਉਪਾਸਨਾ ਕਰਦੇ ਸੀ, ਪਰਮੇਸ਼ਰ ਦੀ ਆਰਾਧਨਾ ਕਰਦੇ ਸੀ ਤੇ ਵਰਤ ਵੀ ਰੱਖਦੇ ਸੀਗੇ। ਤੇ ਇਹਦਾ ਮਤਲਬ ਅੱਜ ਵੀ ਉਹੀ ਆ, ਪਰਮੇਸ਼ਰ ਬਦਲਿਆ ਨਹੀਂ, ਪਰਮੇਸ਼ਰ ਦੀ ਬਾਣੀ ਬਦਲੀ ਨਹੀਂ ਆ, ਇਸ ਕਰਕੇ ਅੱਜ ਵੀ ਉਹੀ ਪਰਮੇਸ਼ਰ ਆ ਤੇ ਸਾਨੂੰ ਵੀ ਵਰਤ ਰੱਖਣ ਦੀ ਜ਼ਰੂਰਤ ਆ। ਤੇ ਵਰਤ ਰੱਖ ਕੇ ਇਹ ਨਹੀਂ ਆ ਵੀ ਥਾਂ ਥਾਂ ਕਹਿੰਦੇ ਫਿਰਨਾ ਮੈਂ ਵਰਤ ਰੱਖਿਆ, ਮੈਂ ਵਰਤ ਰੱਖਿਆ। ਅੱਜ ਆਪਾਂ ਦੇਖਦੇ ਹਾਂ ਇਹੀ ਆ, ਜੇ ਕੋਈ ਵਰਤ ਰੱਖ ਲੈਂਦਾ ਤੇ ਉਹ ਸਾਰੇ ਸ਼ਹਿਰ 'ਚ ਸਾਰੇ ਰੌਲਾ ਪਾਉਂਦਾ ਮੈਂ ਵਰਤ ਰੱਖਿਆ ਜੀ, ਮੇਰਾ ਤਾਂ ਵਰਤ ਆ, ਮੈਂ ਤਾਂ ਵਰਤ ਰੱਖਿਆ, ਮੈਂ ਇੰਨੇ ਵਰਤ ਰੱਖੇ ਆ, ਮੈਂ ਉਹਨੇ ਵਰਤ ਰੱਖੇ ਆ। ਇਹ ਪਰਮੇਸ਼ਰ ਇੱਦਾਂ ਦੇ ਕੰਮ ਕਰਨ ਵਾਸਤੇ ਨਹੀਂ ਕਹਿੰਦਾ। ਤੇ ਜਾਂ ਅੱਜ ਆਪਾਂ ਦੇਖਦੇ ਹਾਂ ਅੱਜ ਕੁਛ ਲੋਕ ਵਰਤ ਰੱਖ ਕੇ ਨੈੱਟ 'ਤੇ ਪਾਇਆ ਹੁੰਦਾ ਉਹਨਾਂ ਨੇ, ਜੇ ਆਪਾਂ 40 ਦਿਨ ਦਾ ਮੈਂ ਵਰਤ ਰੱਖ ਲਿਆ ਹੁਣ ਤੇ ਮੈਂ ਪ੍ਰਾਰਥਨਾ ਕਰਨ, ਨਾ 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 ਨਾ। ਪ੍ਰਭੂ ਦਾ ਵਚਨ ਆਪਾਂ ਹੁਣੇ ਪੜ੍ਹਿਆ ਸੀ, ਉਹਦੇ ਵਿੱਚ ਕਹਿੰਦਾ ਵੀ ਤੁਹਾਡਾ ਸਵਰਗੀ ਪਿਤਾ ਜਿਹੜਾ, ਤਾਂ ਤੁਸੀਂ ਉਹਨੂੰ ਵਰਤੀ ਮਲੂਮ ਹੋਵੋ। ਤੇ ਕਹਿੰਦਾ ਜੇ ਤੂੰ ਵਰਤ ਰੱਖੇ ਤੇ ਆਪਣਾ ਮੂੰਹ ਧੋ, ਹਾਲੇਲੂਇਆ, ਵੀ ਤੂੰ ਆਪਣਾ ਮੂੰਹ ਵਿਗਾੜਨਾ ਨਹੀਂ, ਤੂੰ ਮੂੰਹ ਧੋ ਤੇ ਆਪਣੇ ਸਵਰਗੀ ਪਿਤਾ ਨੂੰ ਤੂੰ ਵਰਤੀ ਮਲੂਮ ਹੋਵੇਂ। ਤੇ ਤੈਨੂੰ ਦੂਸਰਿਆਂ ਨੂੰ ਮਹਿਸੂਸ ਨਹੀਂ ਹੋਣਾ ਚਾਹੀਦਾ ਭਾਈ ਇਹਨੇ ਰੋਟੀ ਨਹੀਂ ਖਾਧੀ, ਨਾ ਇਹਨੇ ਖਾਣੀ ਆ, ਹਾਲੇਲੂਇਆ, ਵੀ ਦੂਸਰੇ ਨੂੰ ਪਤਾ ਲੱਗਣਾ ਨਹੀਂ ਚਾਹੀਦਾ। ਪਰ ਪਤਾ ਉਦੋਂ ਲੱਗੋ, ਲਿਖਿਆ ਉਹ ਪਰਮੇਸ਼ਰ ਜਿਹੜਾ ਗੁਪਤ ਵਿੱਚ ਤੁਹਾਨੂੰ ਦੇਖਦਾ ਆ ਤੇ ਗੁਪਤ ਵਿੱਚ ਤੁਸੀਂ ਵਰਤ ਰੱਖਦੇ ਆ ਤੇ ਉਹ ਤੁਹਾਨੂੰ ਕੀ ਦਊਗਾ, ਉਹਦਾ ਫਲ ਉਹ ਦਊਗਾ। ਤੇ ਨਹੀਂ ਤਾਂ ਲੋਕਾਂ ਨੇ ਕੀ ਕਹਿਣਾ, ਲੈ ਬੱਲੇ ਬੱਲੇ ਇਹ ਬੜੀ ਤਾੜੀ ਵਜਾਉਂਦਾ ਆ, ਇਹ ਬੜੀ ਬੰਦਗੀ ਕਰਦਾ ਆ, ਬੜੀ ਦੁਆ ਕਰਦਾ ਆ, ਇਹ ਬੜੇ ਵਰਤ ਰੱਖਦਾ ਆ, ਤੇ ਬੱਲੇ ਬੱਲੇ ਹੋ ਗਈ ਤੇ ਬਸ ਉੱਥੇ ਹੀ ਕੰਮ ਖਤਮ। ਉਹ ਫਿਰ ਉਹਦਾ ਕੁਛ ਮਿਲਣ ਵਾਲਾ, ਉਹਦਾ ਨਹੀਂ ਕੁਛ ਮਿਲਣ ਵਾਲਾ। ਤੇ ਜੇ ਅਸੀਂ ਦੁਨੀਆ ਤੋਂ ਬੱਲੇ ਬੱਲੇ ਲੈ ਲਈ ਤਾਂ ਫਿਰ ਰੱਬ ਕੋ ਕੁਛ ਵੀ ਮਿਲਣ ਵਾਲਾ ਨਹੀਂ ਆ। ਤੇ ਫਿਰ ਦੁਨੀਆ ਦੀ ਬੱਲੇ ਬੱਲੇ ਆ, ਇਹ ਬੜੀ ਦੁਆ ਕਰਦਾ ਆ, ਇਹਦੀ ਦੁਆ ਬੜੀ ਸੁਣ ਹੁੰਦੀ ਆ, ਹੈ ਨਾ। ਕਈ ਆਪਾਂ ਦੇਖਦੇ ਹਾਂ ਗੱਲਾਂ, ਤੇ ਜੇ ਕੋਈ ਜਵਾਕ ਦੁਆ ਕਰਨ ਲੱਗ ਪੈਂਦਾ ਤੇ ਇਹ ਬੜੇ ਵਰਤ ਰੱਖਦਾ ਆ, ਤੇ ਸਾਰੇ ਲੋਕ ਬੱਲੇ ਬੱਲੇ ਕਰਕੇ ਤੇ ਉਹਨੂੰ ਕੀ ਆ, ਉੱਥੇ ਹੀ ਕੰਮ ਖਤਮ ਹੈ, ਉੱਥੇ ਕੰਮ ਖਤਮ ਹੋ ਜਾਂਦਾ। ਇਸ ਕਰਕੇ ਅਸੀਂ ਵਰਤ ਰੱਖਣਾ, ਤੇ ਲਿਖਿਆ ਤੁਹਾਡੇ ਸਵਰਗੀ ਪਿਤਾ ਨੂੰ ਮਾਲੂਮ ਹੋਣਾ ਚਾਹੀਦਾ ਕਿ ਤੁਸੀਂ ਵਰਤ ਰੱਖਿਆ। ਕਿਸੇ ਗੁਆਂਢੀ ਨੂੰ ਨਹੀਂ ਮਾਲੂਮ ਹੋਣਾ ਚਾਹੀਦਾ। ਤੇ ਗੁਆਂਢੀ ਨੂੰ ਕਿੱਦਾਂ ਮਾਲੂਮ ਹੋਣਾ, ਜਦੋਂ ਆਪਾਂ ਲਾਗੇ ਜਾ ਕੇ ਬਹਿਣਾ, ਜਦੋਂ ਆਪਾਂ ਦੱਸਣਾ ਜਾ ਕੇ, ਹੈ ਨਾ। ਕਿਉਂਕਿ ਜੇ ਆਪਾਂ ਕਿਸੇ ਕੋਲ ਜਾਵਾਂਗੇ ਤੇ ਅਗਲਾ ਸਾਨੂੰ ਚਾਹ ਦੇਊਗਾ, ਕੁਛ ਮੋਹਰੇ ਰੱਖੂਗਾ, ਤੇ ਫਿਰ ਕੀ ਆਪਾਂ ਕਵਾਂਗੇ, ਨਹੀਂ ਮੈਂ ਤਾਂ ਵਰਤ ਰੱਖਿਆ, ਹੈ ਨਾ। ਜੇ 10 ਘਰਾਂ 'ਚ ਗਏ ਤੇ ਫਿਰ 10 ਜਣਿਆਂ ਨੂੰ ਪ੍ਰਚਾਰ ਕਰਤਾ, ਕਾਹਦਾ, ਵਰਤ ਦਾ। ਇਸ ਕਰਕੇ ਪ੍ਰਭੂ ਦੀ ਬਾਣੀ ਦੱਸਦੀ ਆ, ਜਾ ਤੂੰ ਵਰਤ ਰੱਖੇ ਤੇ ਆਪਣਾ ਬੂਹਾ ਭੇੜ, ਅੰਦਰ ਬੈਠ, ਦੱਸਣ ਦੀ ਕਿਸੇ ਨੂੰ ਜ਼ਰੂਰਤ ਨਹੀਂ। ਤੇ ਫਿਰ ਸਵਰਗੀ ਪਿਤਾ ਨੂੰ ਮਾਲੂਮ ਹੋਣਾ ਚਾਹੀਦਾ ਕਿ ਮੈਂ ਵਰਤੀ ਹਾਂ, ਤੇ ਉਹ ਤੁਹਾਨੂੰ ਕਹੂ ਉਹਦਾ ਕੀ ਦੇਵੇਗਾ, ਫਲ ਦੇਵੇਗਾ। ਤੇ ਇਸ ਕਰਕੇ ਆਪਾਂ ਕਈ ਲੋਕਾਂ ਨੂੰ ਆਦਤ ਹੁੰਦੀ ਆ ਨਾ, ਵੀ ਕਈ ਬੱਸ 'ਚ ਬਹਿ ਗਏ, ਕਈ ਮੈਂ ਦੇਖੇ ਕਈ ਬੱਸ 'ਚ ਬੈਠੇ ਬਾਈਬਲ ਖੋਲ੍ਹ ਕੇ ਬੈਠੇ ਹੁੰਦੇ, ਹੈ ਨਾ। ਤੇ ਪਰ ਅਸੀਂ ਲੋਕਾਂ ਨੂੰ ਦਿਖਾਉਣ ਲਈ ਨਹੀਂ ਕੁਛ ਵੀ ਕਰਨਾ, ਦਿਖਾਵੇ ਲਈ ਕੁਛ ਨਹੀਂ ਕਰਨਾ, ਪਰ ਪ੍ਰਭੂ ਦੇ ਨਾਲ ਸਾਡਾ ਪਿਆਰ ਹੋਣਾ ਚਾਹੀਦਾ, ਹਾਲੇਲੂਇਆ। ਪ੍ਰਭੂ ਦੇ ਨਾਲ ਸਾਡਾ ਰਿਸ਼ਤਾ ਹੋਣਾ ਚਾਹੀਦਾ। ਦੇਖੋ ਜੇ ਪਰਮੇਸ਼ਰ ਦੇ ਨਾਲ ਰਿਸ਼ਤਾ ਹੋਊਗਾ ਤੇ ਫਿਰ ਐਤਵਾਰ ਦਾ ਬੰਦਗੀ ਦਾ ਦਿਨ ਭੁੱਲ ਜਾਵਾਂਗੇ ਅਸੀਂ, ਹਾਂਜੀ। ਜੇ ਰੱਬ ਨਾਲ ਰਿਸ਼ਤਾ ਹੋਊਗਾ ਅਸੀਂ ਤਾਂ ਹੀ ਬਹਿੰਦੇ ਹਾਂ ਚਾਰੇ ਜਣੇ। ਜੇ ਰੱਬ ਨਾਲ ਰਿਸ਼ਤਾ ਤਾਂ ਤਾਂ ਹੀ ਬਹਿੰਦੇ ਹਾਂ, ਸਾਨੂੰ ਡਰ ਆ ਕਿਸੇ ਦਾ, ਅਸੀਂ ਭਾਵੇਂ ਨਾ ਹੀ ਬੈਠੀਏ, ਨਾ ਹੀ ਦੁਆ ਕਰੀਏ, ਸਾਨੂੰ ਕਿਸੇ ਡਰ ਮਾਰਿਆ ਵੀ ਜੇ ਕਿਸੇ ਕੋਲ ਡਰਦੇ ਹਾਂ। ਨਹੀਂ, ਸਾਡਾ ਰਿਸ਼ਤਾ ਸਾਡੇ ਪਰਮੇਸ਼ਰ ਨਾਲ ਹੈ, ਸਾਨੂੰ ਪਿਆਰ ਆ ਆਪਣੇ ਪਰਮੇਸ਼ਰ ਨਾਲ, ਸਾਨੂੰ ਸਾਡੇ ਪਰਮੇਸ਼ਰ ਨੇ ਬਰਕਤ ਦਿੱਤੀ ਆ, ਉਹਨੇ ਸਾਨੂੰ ਇੱਥੇ ਤੱਕ ਲੈ ਕੇ ਆਂਦਾ, ਉਹ ਸਾਨੂੰ ਅੱਗੇ ਵੀ ਲਿਜਾਣ ਵਿੱਚ ਸਾਮਰਥੀ ਆ, ਹਾਲੇਲੂਇਆ। ਇਸ ਕਰਕੇ ਅਸੀਂ ਉਹਦੀ ਹਜ਼ੂਰੀ ਦੇ ਵਿੱਚ ਬਹਿੰਦੇ ਹਾਂ, ਸਾਨੂੰ ਹੋਰ ਕਿਸੇ ਦਾ ਡਰ ਨਹੀਂ ਆ, ਕਿਉਂਕਿ ਉਹ ਪਰਮੇਸ਼ਰ ਦਿਆਲੂ ਆ। ਉਹਨੇ ਵਾਅਦਾ ਕੀਤਾ ਤੂੰ ਬਚ ਤੇ ਤੇਰਾ ਘਰਾਣਾ ਬਚਾਇਆ ਜਾਏਗਾ। ਦੇਖੋ ਅਸੀਂ ਕਈ ਵਾਰੀ ਬਹੁਤ ਸਾਰੀਆਂ ਗੱਲਾਂ ਕਰਦੇ ਹਾਂ, ਮੇਰਾ ਪਰਿਵਾਰ ਬਚ ਜਾਏ, ਮੇਰਾ ਇਹ ਹੋ ਜਾਏ, ਮੇਰਾ ਉਹ ਹੋ ਜਾਏ। ਆਪ ਬਚਦੇ ਹੀ ਨਹੀਂ, ਆਪ ਰੱਬ ਦੀ ਬੰਦਗੀ ਕਰਨਾ ਚਾਹੁੰਦੇ ਹੀ ਨਹੀਂ, ਆਪ ਰੱਬ ਦੀ ਹਜ਼ੂਰੀ 'ਚ ਬਹਿਣਾ ਚਾਹੁੰਦੇ ਹੀ ਨਹੀਂ, ਤੇ ਫਿਰ ਦੂਜਾ ਕਿੱਦਾਂ ਬਚੂ, ਪਰਿਵਾਰ ਬਚੂ। ਨੂੰਹ ਇਕੱਲਾ ਸੀਗਾ ਤੇ ਨੂੰਹ ਨੇ
ਰੱਬ ਦੀ ਬੰਦਗੀ ਕੀਤੀ, ਰੱਬ ਦੇ ਉੱਤੇ ਵਿਸ਼ਵਾਸ ਕੀਤਾ ਤੇ ਨੂਹ ਦਾ ਘਰਾਣਾ ਸਾਰਾ ਹੀ ਬਚ ਗਿਆ। ਹਾਲੇਲੂਇਆ। ਕਿਉਂਕਿ ਇੱਕ ਦੇ ਦੁਆਰਾ ਹੀ ਬਚਨ 'ਚ ਲਿਖਿਆ, ਇੱਕ ਦੇ ਦੁਆਰਾ ਹੀ ਮੁਕਤੀ ਆਈ ਆ, ਇੱਕ ਦੇ ਦੁਆਰਾ ਹੀ ਪਾਪ ਆਇਆ ਸੰਸਾਰ 'ਚ ਤੇ ਸਾਰਿਆਂ 'ਚ ਫੈਲ ਗਿਆ। ਇੱਕ ਦੇ ਦੁਆਰਾ ਛੁਟਕਾਰਾ ਆਇਆ, ਉਹ ਸਾਰੇ ਸੰਸਾਰ ਵਿੱਚ ਫੈਲ ਗਿਆ ਯਿਸੂ ਮਸੀਹ ਦੇ ਦੁਆਰਾ। ਤੇ ਯਿਸੂ ਨੇ ਇਕੱਲੇ ਨਹੀਂ ਜਾਨ ਦਿੱਤੀ ਆ ਤੇ ਸਾਰਾ ਸੰਸਾਰ ਉਹਨੇ ਬਚਾ ਲਿਆ। ਤੇ ਇਸ ਕਰਕੇ ਅਗਰ ਪਰਿਵਾਰ 'ਚ ਇੱਕ ਜਣਾ ਬੰਦਗੀ ਕਰਨ ਵਾਲਾ ਹੈਗਾ ਤੇ ਕੀ ਗੋਲੀ ਵੱਜਦੀ ਬੰਦਗੀ ਕਰਨ ਨੂੰ? ਕਰੋ ਬੰਦਗੀ, ਰੱਬ ਦਾ ਧੰਨਵਾਦ ਕਰ ਸਕਦੇ ਰੱਬ ਦੀ ਹਜ਼ੂਰੀ ਵਿੱਚ ਬਹਿ ਕੇ ਆ ਕੇ ਨਾ, ਹੈ ਨਾ। ਤੇ ਉਹ ਇੱਕ ਵੀ ਚਾਹੁੰਦਾ ਵੀ ਇੱਦਾਂ ਹੀ ਸਾਰਾ ਕੁਝ ਮਿਲ ਜਾਏ, ਨਹੀਂ। ਰੱਬ ਦੇ ਹਜ਼ੂਰੀ ਵਿੱਚ ਜਦੋਂ ਬੈਠਾਂਗੇ ਤੇ ਰੱਬ ਆਦਰ ਕਰਦਾ ਆਪਣੇ ਹਜ਼ੂਰੀ ਵਿੱਚ ਬਹਿਣ ਵਾਲਿਆਂ ਦਾ। ਹਾਲੇਲੂਇਆ। ਉਹਦੇ ਅੱਗੇ ਕੋਈ ਵੀ ਵੱਡਾ ਛੋਟਾ ਨਹੀਂ ਆ, ਪਰ ਉਹਨੂੰ ਉਹ ਲੋਕ ਚਾਹੀਦੇ ਆ ਜਿਹੜੇ ਉਹਦੇ ਨਾਲ ਪਿਆਰ ਕਰਨ, ਉਹਦੇ ਵਚਨ ਨਾਲ ਪਿਆਰ ਕਰਨ, ਉਹਦੀਆਂ ਗੱਲਾਂ ਨਾਲ ਪਿਆਰ ਕਰਨ ਤੇ ਉਹਦੀ ਬੰਦਗੀ ਕਰਨ। ਕਿਉਂਕਿ ਵਚਨ 'ਚ ਲਿਖਿਆ, ਸਬਤ ਦਾ ਦਿਨ ਤੁਹਾਡਾ ਨਹੀਂ ਆ, ਉਹ ਕਿਹਦਾ ਆ? ਪਰਮੇਸ਼ਵਰ ਦਾ ਆ। ਜੇ ਤੁਸੀਂ ਉਹਦਾ ਆਦਰ ਕਰੋਗੇ ਤਾਂ ਪਰਮੇਸ਼ਵਰ ਵੀ ਤੁਹਾਡਾ ਆਦਰ ਕਰੇਗਾ। ਤੇ ਇਸ ਕਰਕੇ ਅਸੀਂ ਅੱਜ ਦੇ ਵਚਨ ਦੇ ਵਿੱਚ ਇਹੀ ਸਿੱਖਿਆ ਆ ਕਿ ਵਰਤ ਰੱਖਣਾ ਸਾਡੇ ਜੀਵਨ ਦੇ ਵਿੱਚ ਜ਼ਰੂਰੀ ਆ। ਤੇ ਉਹ ਕਹਿੰਦਾ, ਅਸੀਂ ਪਰਮੇਸ਼ਵਰ ਦੇ ਅੱਗੇ ਤਰਲੇ ਕੀਤੇ, ਵਰਤ ਰੱਖਿਆ, ਤਰਲੇ ਕੀਤੇ, ਪਰਮੇਸ਼ਵਰ ਨੇ ਸਾਡੀ ਸੁਣੀ। ਇਹਦਾ ਮਤਲਬ ਪਰਮੇਸ਼ਵਰ ਸੁਣਦਾ ਆ ਜਦੋਂ ਅਸੀਂ ਵਰਤ ਰੱਖ ਕੇ ਤਰਲੇ ਕਰਕੇ ਪਰਮੇਸ਼ਵਰ ਦੇ ਕੋਲੋਂ ਮੰਗਦੇ ਹਾਂ। ਨੀਨਵਾ ਦੇ ਲੋਕਾਂ ਨੇ ਪਰਮੇਸ਼ਵਰ ਦੇ ਤਰਲੇ ਕੀਤੇ, ਵਰਤ ਰੱਖੇ, ਪਰਮੇਸ਼ਵਰ ਨੇ ਉਹਨਾਂ ਨੂੰ ਬਚਾ ਲਿਆ। ਤੇ ਉਹ ਪਰਮੇਸ਼ਵਰ ਚਾਹੁੰਦਾ ਅਸੀਂ ਵੀ ਵਧੀਏ, ਸਾਡੇ ਜਿਹੜੇ ਰੁਕੇ ਹੋਏ ਕੰਮ ਆ ਉਹ ਹੋਣ। ਅਸੀਂ ਵੀ ਵਰਤ ਪ੍ਰਾਰਥਨਾ ਆਪਣੇ ਘਰ ਵਿੱਚ ਕਰੀਏ, ਚਰਚ ਵਿੱਚ ਕਰੀਏ, ਇਕੱਠੇ ਹੋ ਕੇ, ਇਕੱਲੇ ਇਕੱਲੇ ਬੈਠ ਕੇ ਕਰੀਏ, ਜਿੱਦਾਂ ਵੀ ਹੋ ਸਕਦਾ ਅਸੀਂ ਜ਼ਰੂਰ ਕਰੀਏ। ਨੰਬਰ 1, ਅਸੀਂ ਇਕੱਲੇ ਪ੍ਰਾਰਥਨਾ ਕਰਨੀ ਹੈ। ਯਿਸੂ ਮਸੀਹ ਨੇ ਇਕੱਲੇ ਨੇ ਵਰਤ ਪ੍ਰਾਰਥਨਾ ਕੀਤੀ। ਔਰ ਦੂਸਰੀ, ਕਲੀਸਿਆ ਦੇ ਨਾਲ ਮਿਲ ਕੇ ਵਰਤ ਪ੍ਰਾਰਥਨਾ ਕਰਨੀ ਆ। ਔਰ ਤੀਸਰੀ ਆ ਕਿ ਅਸੀਂ ਪਰਮੇਸ਼ਵਰ ਦੇ ਹਜ਼ੂਰੀ ਦੇ ਵਿੱਚ ਬੈਠ ਕੇ ਅਸੀਂ ਵਰਤ ਪ੍ਰਾਰਥਨਾ ਦੂਸਰੇ ਲੋਕਾਂ ਦੇ ਲਈ, ਆਪਣੇ ਦੇਸ਼ ਦੇ ਲਈ ਵਰਤ ਰੱਖ ਕੇ, ਆਪਣੀ ਕਲੀਸਿਆ ਦੇ ਲਈ, ਕਿ ਪ੍ਰਭੂ ਕਲੀਸਿਆ ਨੂੰ ਵਧਾਏ। ਜਦੋਂ ਅਸੀਂ ਪ੍ਰਭੂ ਤੋਂ ਕੋਲ ਵਰਤ ਰੱਖ ਕੇ ਪ੍ਰਾਰਥਨਾ ਕਰਕੇ ਮੰਗਦੇ ਹਾਂ ਤੇ ਜ਼ਰੂਰ ਪਰਮੇਸ਼ਰ ਆਸ਼ੀਰਵਾਦ ਦਿੰਦਾ। ਹੁਣ ਅਸੀਂ ਵੀ ਜ਼ਰੂਰ ਇੱਕ ਦਿਨ ਰੱਖਾਂਗੇ ਤਾਂ ਕਿ ਅਸੀਂ ਜਿੰਨੇ ਲੋਕ ਆ ਸਕਦੇ ਸਾਰਿਆਂ ਲਈ ਵਰਤ ਪ੍ਰਾਰਥਨਾ ਜ਼ਰੂਰ ਕਰਨੀ ਜ਼ਰੂਰ ਆ। ਕਿਉਂਕਿ ਸਾਲ ਇੱਦਾਂ ਹੀ ਚਲਾ ਗਿਆ, ਪਰ ਆਪਾਂ ਕੋਈ ਵੀ ਵਰਤ ਪ੍ਰਾਰਥਨਾ ਇਕੱਠੇ ਹੋ ਕੇ ਨਹੀਂ ਕੀਤੀ। ਜ਼ਰੂਰ ਆਪਾਂ ਇਹਨਾਂ ਦਿਨਾਂ ਦੇ ਵਿੱਚ ਇਹ ਜਿਹੜਾ ਮਹੀਨਾ ਆ ਇਹਦੇ ਅੰਦਰ ਜ਼ਰੂਰ ਇੱਕ ਦਿਨ ਰੱਖਾਂਗੇ, ਸਾਰੇ ਮਿਲ ਕੇ ਜ਼ਰੂਰ ਇੱਕ ਦਿਨ ਪ੍ਰਭੂ ਦੀ ਹਜ਼ੂਰੀ 'ਚ ਬੈਠ ਕੇ ਆਪਾਂ ਪ੍ਰਾਰਥਨਾ ਕਰਾਂਗੇ। ਆਈਏ ਪ੍ਰਭੂ ਇਸ ਵਚਨ ਨਾਲ ਸਾਨੂੰ ਆਸ਼ੀਸ਼ ਦੇ, ਆਈਏ ਪ੍ਰਾਰਥਨਾ ਕਰੀਏ। ਹਾਲੇਲੂਇਆ। ਧੰਨਵਾਦ ਪ੍ਰਭੂ ਜੀ, ਤੁਹਾਡਾ ਸ਼ੁਕਰ ਕਰਦੇ ਪ੍ਰਭੂ ਜੀ ਅੱਜ ਦੇ ਇਸ ਤੁਹਾਡੇ ਵਚਨ ਦੇ ਲਈ ਪ੍ਰਭੂ। ਸੱਚਮੁੱਚ ਜਿੱਦਾਂ ਇੱਕ ਕਲੀਸਿਆ ਨੂੰ ਪ੍ਰਭੂ ਜੀ ਉਹ ਤੁਸੀਂ ਦਿੱਤਾ ਹੈ ਕਿ ਕਲੀਸਿਆ ਲੋਕ ਤੁਹਾਡੇ ਪ੍ਰਭੂ ਵਰਤ ਰੱਖ ਕੇ ਪ੍ਰਾਰਥਨਾ ਕਰਨ, ਤੁਹਾਡੇ ਕੋਲੋਂ ਮੰਗਣ ਔਰ ਅਧੀਨ ਹੋ ਕੇ ਤੁਹਾਡੇ ਕੋਲੋਂ ਮੰਗਣ। ਤੇ ਸੱਚਮੁੱਚ ਪ੍ਰਭੂ ਤੁਸੀਂ ਆਪਣੇ ਲੋਕਾਂ ਲਈ ਕਰਨ ਲਈ ਸਾਮਰਥੀ ਹੋ ਪ੍ਰਭੂ। ਮੈਂ ਪ੍ਰਾਰਥਨਾ ਕਰਦਾ, ਤੇਰੇ ਵਚਨ ਲੋਕਾਂ ਨੇ ਸੁਣਿਆ ਹੈ, ਇਹ ਤੇਰੇ ਵਚਨ ਦੇ ਅਨੁਸਾਰ ਤੇਰੇ ਬੱਚਿਆਂ ਨੂੰ ਆਉਣ ਵਾਲੇ ਦਿਨਾਂ ਵਿੱਚ ਵਰਤ ਰੱਖਣ ਵਾਲਾ ਜੀਵਨ ਦਿਓ ਪ੍ਰਭੂ ਜੀ, ਪ੍ਰਾਰਥਨਾ ਕਰਨ ਵਾਲਾ ਜੀਵਨ ਦਿਓ, ਵਫਾਦਾਰੀ ਵਾਲਾ ਜੀਵਨ ਦਿਓ ਪ੍ਰਭੂ ਜੀ। ਤੁਹਾਡੀ ਕਿਰਪਾ ਔਰ ਦਇਆ ਤੇਰੇ ਬੱਚਿਆਂ ਦੇ ਜੀਵਨਾਂ 'ਤੇ ਹਮੇਸ਼ਾ ਬਣੀ ਰਹੇ। ਦਇਆ ਕਰੋ, ਆਪਣੇ ਪਵਿੱਤਰ ਹੱਥਾਂ ਵਿੱਚ ਲੈ ਕੇ ਚਲੋ, ਸਾਡੀ ਅਗਵਾਈ ਕਰੋ। ਸਾਡੀ ਪ੍ਰਾਰਥਨਾ ਬੇਨਤੀ ਨੂੰ ਸੁਣਿਆ, ਧੰਨਵਾਦ ਮਸੀਹ ਯਿਸੂ ਦਾ ਨਾਮ ਲੈ ਕੇ ਮੰਗਦੇ ਹਾਂ, ਆਮੀਨ। ਹੁਣ ਸਾਡੇ ਪਿਤਾ ਪਰਮੇਸ਼ਰ ਦਾ ਪਿਆਰ, ਯਿਸੂ ਮਸੀਹ ਦੀ ਕਿਰਪਾ, ਪਵਿੱਤਰ ਆਤਮਾ ਦੀ ਸੰਗਤ ਹੋਣ ਤੋਂ ਲੈ ਕੇ ਦੁਨੀਆ ਦੇ ਤਮਾਮ ਇਮਾਨਦਾਰ ਲੋਕਾਂ ਦੇ ਨਾਲ, ਪਰਮੇਸ਼ਰ ਦੇ ਸੰਤਾਂ ਸੇਵਕਾਂ ਦੇ ਨਾਲ, ਇਸ ਕਲੀਸਿਆ ਦੇ ਨਾਲ ਯਿਸੂ ਮਸੀਹ ਦੇ ਆਗਮਨ ਤੱਕ ਹੁੰਦੀ ਰਹੇ, ਆਮੀਨ। ਪਰਮੇਸ਼ਰ ਸਭ ਨੂੰ ਬਰਕਤ ਦੇ, ਸਭ ਨੂੰ ਜੈ ਮਸੀਹ।